हाँ जी स्टूडेंट्स वेलकम करना ਤੁਹਾਡਾ ਟੂਰ ਸਟੱਡੀ ਕਲਾਸਿਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ ਸੈਕਸ਼ਨ ਸੀ ਇੰਗਲਿਸ਼ ਜਨਰਲ ਇੰਗਲਿਸ਼ ਫॉर ਆਲ ਸਟਰੀਮਸ ਦੇ ਲਈ ਸੈਕਸ਼ਨ ਸੀ ਐਕਸਟੈਂਸਿਵ ਸਟੱਡੀ ਦੇ ਇਸ ਦੇ ਜਿਹੜੇ ਕਿ ਆਪਾਂ ਸ਼ਾਰਟ ਕੁਐਸਚਨ ਆਨਸਰ ਕਰਾਂਗੇ, ਜਿਹੜੇ ਕਿ ਤੁਹਾਨੂੰ 2 ਮਾਰਕਸ ਦੇ ਆਉਣੇ ਨੇ। ਸੋ ਇਹ 4 ਕੁਐਸਚਨਸ ਆਉਣਗੇ। 4 ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 2, ਤੁਸੀਂ ਕੋਈ 2 ਕਰਨੇ ਹੋਣਗੇ ਤੇ ਹਰ 2 ਮਾਰਕਸ ਦਾ ਹੀ ਕੁਐਸਚਨ ਹੋਊਗਾ। ਇਹ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਨਾਲ ਦੀ ਨਾਲ ਹੋਰ ਜਿੰਨੇ ਵੀ ਇੰਪੋਰਟੈਂਟ ਵੈਰੀ ਸ਼ਾਰਟ ਦੇ ਲਈ ਨਿਕਲਦੇ ਹੋਣਗੇ ਉਹ ਵੀ ਆਪਾਂ ਡਿਸਕਸ ਕਰਾਂਗੇ। ਸੋ ਹੁਣ ਤੁਸੀਂ ਕਿੰਨੇ ਚੈਪਟਰ ਕਰਨੇ ਨੇ ਇਹਦੇ, ਇਸ ਦੇ ਲਈ ਜਿਵੇਂ ਕਿ ਆਪਣੇ ਆਲ ਸਿਲੇਬਸ ਦੇ ਵਿੱਚੋਂ 6 ਚੈਪਟਰ ਨੇ। 6 ਚੈਪਟਰਾਂ ਦੇ ਵਿੱਚੋਂ ਤੁਹਾਨੂੰ 4 ਆਉਣੇ ਨੇ, ਮੀਨਸ ਹਰ ਚੈਪਟਰ ਦੇ ਵਿੱਚੋਂ ਇੱਕ ਜਾਊਗਾ। ਤਾਂ ਇਹਦੇ ਲਈ ਤੁਸੀਂ ਜਾਂ ਤਾਂ ਪਹਿਲੇ 4 ਕਰ ਲਓ, ठीक है, ਜਾਂ ਲਾਸਟ ਵਾਲੇ 4। ਸਪੋਜ਼ ਅਗਰ ਤੁਸੀਂ ਪਹਿਲੇ 4 ਯਾਦ ਕੀਤੇ ਹੋਏ ਨੇ, ਐਗਜ਼ਾਮੀਨਰ ਨੇ ਲਾਸਟ 4 ਪਾਤੇ, ਤਾਂ ਤੁਹਾਡੇ ਕੋਲ 2 ਚੈਪਟਰ ਹੋਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਈਜ਼ਲੀ ਜਿਹੜੇ ਕਿ ਤੁਹਾਨੂੰ ਕੁਐਸਚਨਸ ਆਰਾਮ ਨਾਲ ਕਰ ਸਕੋਗੇ। ਤੇ ਅਗਰ ਤੁਸੀਂ ਲਾਸਟ ਵਾਲੇ 4 ਕਰ ਰਹੇ ਹੋ ਤਾਂ ਐਗਜ਼ਾਮੀਨਰ ਨੇ ਸਪੋਜ਼ ਪਹਿਲੇ 4 ਵੀ ਪਾਤੇ ਤਾਂ ਵੀ ਤੁਹਾਡੇ ਕੋਲ 2 ਚੈਪਟਰ ਹੋਣਗੇ ਜਿਨ੍ਹਾਂ ਦੇ ਤੁਹਾਡੇ ਕੋਲ ਜਿਹੜੇ ਕਿ ਕੁਐਸਚਨ ਆਨਸਰ ਯਾਦ ਕੀਤੇ ਹੋਏ ਹੋਣਗੇ। ਸੋ ਤੁਸੀਂ ਅਗਰ ਸਾਰੇ ਕਰ ਸਕਦੇ ਹੋ ਸਾਰੇ ਚੈਪਟਰਾਂ ਤਾਂ ਵੈਲ ਐਂਡ ਗੁੱਡ, ਠੀਕ ਆ, ਬਹੁਤ ਵਧੀਆ ਗੱਲ ਹੈ। ਅਗਰ ਤੁਸੀਂ ਸਾਰੇ ਚੈਪਟਰਾਂ ਦੇ ਕਰਨਾ, ਅਗਰ ਤੁਸੀਂ ਸ਼ਾਰਟ ਦੇ ਵਿੱਚ ਕਰਨਾ ਚਾਹੁੰਦੇ ਹੋ ਜਿਵੇਂ ਤੁਹਾਨੂੰ ਦੱਸਿਆ ਜਾਂ ਤਾਂ ਪਹਿਲੇ 4 ਜਾਂ ਲਾਸਟ ਵਾਲੇ 4 ਜਿਹੜੇ ਕਿ ਕਰ ਸਕਦੇ ਹੋ। ਸੋ ਆਪਾਂ ਹੁਣ ਇਹਨਾਂ ਦੇ ਇੰਪੋਰਟੈਂਟ ਕੁਐਸਚਨ ਆਨਸਰ ਕਰਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਸਟੂਡੈਂਟਸ। ਤੇ ਇਹਨਾਂ ਦੇ ਲੌਂਗ ਕੁਐਸਚਨ ਆਨਸਰ ਕਿਸ ਚੈਪਟਰ ਦੇ, ਜਿਹੜੇ ਕਿ ਕਿਹੜਾ ਕਰੈਕਟਰ ਸਕੈਚ, ਕਿਹੜਾ ਥੀਮ, ਕਿਸ ਚੈਪਟਰ ਦੀ ਇੰਪੋਰਟੈਂਟ, ਉਹ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ, ਉਹਨਾਂ ਨੂੰ ਜ਼ਰੂਰ ਵਾਚ ਕਰੋ। ਤਾਂ ਆਪਣਾ ਫਸਟ ਚੈਪਟਰ ਹੈਗਾ ਸੈਕਸ਼ਨ ਸੀ ਦਾ ਐਕਸਟੈਂਸਿਵ ਸਟੱਡੀ ਦਾ ਦ ਸਕੂਲ ਫॉर ਸਿਮਥੀ। ਇਸ ਦੇ ਵਿੱਚੋਂ ਫਸਟ ਹਰ ਇੱਕ ਦੇ ਰਾਈਟਰ ਨੇਮ ਜ਼ਰੂਰ ਯਾਦ ਕਰਨੇ ਨੇ। ਇਸ ਦਾ ਫਸਟ ਕੁਐਸਚਨ ਹੈ ਵਟ ਡਜ਼ ਦਾ ਆਥਰ ਟੈਲ ਅਸ ਅਬਾਊਟ ਮਿਸ ਬੀਮ। ਆਥਰ ਹੁੰਦਾ, ਆਥਰ ਨਰੇਟਰ ਤੇ ਰਾਈਟਰ ਇੱਕੋ ਗੱਲ ਹੁੰਦੀ ਆ। ਆਥਰ ਹੋ ਗਿਆ ਮਤਲਬ ਕਿ ਇਸ ਚੈਪਟਰ ਦਾ ਲੇਖਕ ਸਾਨੂੰ ਮਿਸ ਬੀਮ ਬਾਰੇ ਕੀ ਦੱਸਦਾ। ਹੀ tells us that Miss Beam was a middle-aged, kindly, understanding and impressive lady। ਤਾਂ ਲੇਖਕ ਸਾਨੂੰ ਕੀ ਦੱਸਦਾ ਕਿ ਮਿਸ ਬੀਮ ਆ ਜਿਹੜੇ ਕਿ ਅਧਖੜ ਉਮਰ ਦੇ ਨੇ, ਦਿਆਲੂ ਸੁਭਾਅ ਆ, ਕਾਈਂਡਲੀ ਨੇ, ਦਿਆਲੂ ਨੇ, ਅੰਡਰਸਟੈਂਡਿੰਗ ਹੋ ਗਏ, ਸਮਝਦਾਰ ਨੇ, ਐਂਡ ਇੰਪ੍ਰੈਸਿਵ ਲੇਡੀ ਭਾਵ ਕਿ ਪ੍ਰਭਾਵਸ਼ਾਲੀ ਔਰਤ ਨੇ। ਅਗਲਾ ਹੈ ਵਟ ਵਾਜ਼ ਦਾ ਰੀਅਲ ਏਮ। ਤਾਂ ਇਹ ਦੋਨੋਂ ਕੁਐਸਚਨ ਇੰਪੋਰਟੈਂਟ ਨੇ, ਜੋ ਮਾਰਕ ਕੀਤੇ ਹੋਏ ਨੇ ਤੇ ਜੋ ਮੈਂ ਤੁਹਾਨੂੰ ਦੱਸੂਗੀ ਉਹ ਵੈਰੀ ਇੰਪੋਰਟੈਂਟ ਕੁਐਸਚਨ ਹੋਣਗੇ। ਤਾਂ ਰੀਅਲ ਏਮ ਕੀ ਸੀ? ਰੀਅਲ ਏਮ ਆਫ ਦ ਸਕੂਲ ਵਾਜ਼ ਟੂ ਮੇਕ ਦ ਸਟੂਡੈਂਟਸ ਥਾਟਫੁਲ। ਬੱਚਿਆਂ ਨੂੰ ਜਿਹੜੇ ਕਿ ਥਾਟਫੁਲ ਬਣਾਉਣਾ, ਥਾਟਫੁਲ ਹੋ ਗਿਆ ਵਿਚਾਰਸ਼ੀਲ ਬਣਾਉਣਾ, ਜਿਹੜੇ ਕਿ ਹੈਲਪਫੁਲ ਬਣਾਉਣਾ, ਮਦਦਗਾਰ ਬਣਾਉਣਾ, ਸਿੰਪਥੈਟਿਕ ਐਂਡ ਗੁੱਡ ਸਿਟੀਜ਼ਨ ਤੇ ਸਹਾਇਕ ਜਿਹੜੇ ਕਿ ਹਮਦਰਦੀ ਪੂਰਵਕ ਵਾਲੇ ਜਿਹੜੇ ਕਿ ਉਹਨਾਂ ਨੂੰ ਬਣਾਉਣਾ ਤੇ ਚੰਗੇ ਨਾਗਰਿਕ ਬਣਾਉਣਾ। ਇਹ ਮਿਸ ਬੀਮ ਦੇ ਜਿਹੜੇ ਕਿ ਸਕੂਲ ਦਾ ਉਦੇਸ਼ ਸੀ। ਦੋਨੋਂ ਇੰਪੋਰਟੈਂਟ ਨੇ। ਥਰਡ ਜਿਹੜੇ ਤੁਸੀਂ ਜਸਟ ਰੀਡ ਕਰਨਾ, ਕਿਉਂਕਿ ਕੁਐਸਚਨਸ ਕਿਸੇ ਕੁਐਸਚਨਸ ਦੇ ਨਾਲ ਆ ਜਿਹੜੇ ਕਿ ਟੈਗ ਹੋ ਕੇ ਵੀ ਆ ਸਕਦੇ ਹੁੰਦੇ ਨੇ ਤੁਹਾਨੂੰ, ਜਿਵੇਂ 2 ਕੁਐਸਚਨ ਕੰਬਾਈਨ ਕਰਕੇ ਵੀ। ਵਟ ਡਿਡ ਦਾ ਆਥਰ ਫੀਲ ਸੌਰੀ ਫੋਰ ਸਮ ਆਫ ਦਾ ਚਿਲਡਰਨ। ਲੇਖਕ ਨੂੰ ਕੁਝ ਬੱਚਿਆਂ ਦੇ ਲਈ ਹਮਦਰਦੀ ਕਿਉਂ ਮਹਿਸੂਸ ਹੋਈ। ਹੀ ਫੈਲਟ ਸੌਰੀ ਫੋਰ ਸਮ ਚਿਲਡਰਨ ਬਿਕੋਜ਼ ਦੇ ਸੀਮ ਟੂ ਵੀ ਹੈਂਡੀਕੈਪਡ। ਕਿਉਂਕਿ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਸਾਰੇ ਹੈਂਡੀਕੈਪਡ ਨੇ, ਹੈਂਡੀਕੈਪਡ ਉਹਨੂੰ ਦਿਖਾਈ ਦੇ ਰਹੇ ਸੀ ਬਟ ਉਹ ਐਕਚੁਅਲੀ ਹੈ ਨਹੀਂ ਸੀ, ਕਿਉਂਕਿ ਉਹ ਤਾਂ ਸਿਰਫ ਇੱਕ ਤਰੀਕਾ ਸੀ ਉਹਨਾਂ ਨੂੰ ਸਮਝਾਉਣ ਦਾ ਕਿ ਅਗਰ ਤੁਸੀਂ ਹੈਂਡੀਕੈਪਡ ਹੁੰਦੇ ਹੋ ਤਾਂ ਤੁਹਾਨੂੰ ਕੀ ਫੀਲ ਹੁੰਦਾ ਤੇ ਤੁਸੀਂ ਕਿਵੇਂ ਦੂਜਿਆਂ ਪ੍ਰਤੀ ਆਪਣੀ ਹਮਦਰਦੀ ਜਿਹੜੀ ਕਿ ਪੈਦਾ ਕਰਨੀ ਆ। ਅਗਲਾ ਹੈ ਥਰਡ ਇੰਪੋਰਟੈਂਟ ਆ, ਫੋਰਥ ਵੀ, ਠੀਕ ਹੈ, ਤੁਸੀਂ ਜਸਟ ਰੀਡ ਕਰਨੇ ਨੇ। ਥਰਡ ਫੋਰਥ ਫਸਟ ਦੋਨੋਂ ਇੰਪੋਰਟੈਂਟ ਨੇ। ਵਰ ਦਾ ਚਿਲਡਰਨ ਪਲੇਇੰਗ ਇਨ ਦਾ ਗਰਾਊਂਡ ਰੀਅਲੀ ਫਿਜ਼ੀਕਲੀ ਹੈਂਡੀਕੈਪਡ। ਕੀ ਖੇਡ ਦੇ ਮੈਦਾਨ ਦੇ ਵਿੱਚ ਜਿਹੜੇ ਬੱਚੇ ਖੇਡ ਰਹੇ ਸੀ ਗਰਾਊਂਡ 'ਚ, ਕੀ ਉਹ ਸੱਚਮੁੱਚ ਹੀ ਹੈਂਡੀਕੈਪਡ ਸੀ? ਨੋ, ਦੇ ਵਰ ਨਾਟ ਰੀਅਲੀ ਹੈਂਡੀਕੈਪਡ। ਨਹੀਂ, ਉਹ ਅਸਲ ਦੇ ਵਿੱਚ ਹੈਂਡੀਕੈਪਡ ਨਹੀਂ ਸਨ। ਦੈਨ ਅਗਲਾ ਕੁਐਸਚਨ ਆਪਣਾ ਵਾਈ ਵਰ ਦਾ ਚਿਲਡਰਨ ਐਕਟਿੰਗ ਟੂ ਬੀ ਬਲਾਈਂਡ, ਡੀਫ ਔਰ ਲੇਮ। ਤਾਂ ਬੱਚੇ ਅੰਨੇ, ਲੰਗੜੇ ਤੇ ਬਹਿਰੇ ਹੋਣ ਦੀ ਐਕਟਿੰਗ ਕਿਉਂ ਕਰ ਰਹੇ ਸੀ। the children were acting to be blind, deaf or lame to have a real experience of misfortune। ਕਿਉਂਕਿ ਉਹ ਜਿਹੜੀ ਬਦਕਿਸਮਤੀ ਆ ਉਹਦਾ ਅਸਲੀ ਕੀ ਅਨੁਭਵ ਹੈ, ਕੀ ਦੁੱਖ ਹੈ, ਉਹ ਉਹਨੂੰ ਜਿਹੜੇ ਕਿ ਲੈਣਾ ਚਾਹੁੰਦੇ ਸੀ, ਠੀਕ ਹੈ, ਰੀਅਲ ਐਕਸਪੀਰੀਅੰਸ ਲੈਣਾ ਚਾਹੁੰਦੇ ਸੀ ਵੀ ਅਗਰ ਕੋਈ ਸੱਚਮੁੱਚ ਹੈਂਡੀਕੈਪਡ ਹੁੰਦਾ ਉਹਨੂੰ ਕੀ ਮਹਿਸੂਸ ਹੁੰਦਾ, ਕੀ ਉਹ ਜਿਹੜੇ ਕਿ ਫੀਲ ਕਰਦਾ, ਉਸ ਚੀਜ਼ ਦਾ ਐਕਸਪੀਰੀਅੰਸ ਉਹ ਲੈਣਾ ਚਾਹੁੰਦੇ ਸੀ। ਵੈਰੀ ਇੰਪੋਰਟੈਂਟ ਇਹ। 6th ਵੀ ਇੰਪੋਰਟੈਂਟ ਆ। ਵਟ ਇਜ਼ ਦ ਐਜੂਕੇਸ਼ਨਲ ਵੈਲਿਊ ਆਫ ਬਲਾਈਂਡ, ਡੀਫ ਔਰ ਲੇਮ ਡੇ। ਇੱਕ ਅੰਨੇ, ਬਹਿਰੇ ਤੇ ਲੰਗੜੇ ਦਿਨ ਦੀ ਕੀ ਮਹੱਤਤਾ।
ਵਾਈ these ਮੈਥਡਸ, ਇਹਨਾਂ ਜਿਹੜੇ ਕਿ ਮੈਥਡਸ ਦੇ ਰਾਹੀਂ ਦ ਸਟੂਡੈਂਟਸ ਗੈਟ ਐਨ ਆਈਡੀਆ ਆਫ ਦ ਡਿਸਕੰਫਰਟ, ਜਾਂ ਤਾਂ ਤੁਸੀਂ ਡਿਸਕੰਫਰਟ ਕਰ ਸਕਦੇ ਹੋ, ਜਾਂ ਸਫਰਿੰਗ, ਜਾਂ ਡਿਫੀਕਲਟੀਜ਼, ਇਹਨਾਂ ਤਿੰਨਾਂ ਸ਼ਬਦਾਂ 'ਚੋਂ ਕੋਈ ਇੱਕ ਕਰ ਸਕਦੇ ਹੋ। ਆਫ ਹੈਂਡੀਕੈਪਡ ਪਰਸਨ, ਕਿਉਂਕਿ ਉਹ ਇੱਕ ਆਈਡੀਆ ਲੈਣਾ ਚਾਹੁੰਦੇ ਸੀ ਵੀ ਉਹਨਾਂ ਦੇ ਹੈਂਡੀਕੈਪਡ ਜਿਹੜੇ ਪਰਸਨ ਹੋਣ ਉਹਨਾਂ ਨੂੰ ਕੀ ਕੀ ਸਫਰਿੰਗਸ ਹੁੰਦੇ ਨੇ, ਕੀ ਕੀ ਕਸ਼ਟ ਹੁੰਦੇ ਨੇ, ਕੀ ਕੀ ਡਿਫੀਕਲਟੀਜ਼ ਮੁਸੀਬਤਾਂ ਹੁੰਦੀਆਂ ਨੇ, ਅਤੇ ਕੀ ਕੀ ਉਹਨਾਂ ਨੂੰ ਡਿਸਕੰਫਰਟ ਹੁੰਦਾ, ਮਤਲਬ ਕਿ ਬੇਆਰਾਮੀ ਕੀ ਹੁੰਦੀ ਆ। ਸੋ ਦੇ ਵੁੱਡ ਬਿਕਮ ਹੈਲਪਫੁਲ ਟੂ ਹੈਂਡੀਕੈਪਡ, ਤਾਂ ਕਿ ਉਹ ਉਹਨਾਂ ਦੇ ਲਈ ਜਿਹੜੇ ਕਿ ਮਦਦਗਾਰ ਬਣ ਸਕਣ। ਨੰਬਰ 7 ਵੀ ਇੰਪੋਰਟੈਂਟ ਆ, ਸ਼ਾਰਟਲੀ ਵੀ, ਵੈਰੀ ਸ਼ਾਰਟਲੀ ਵੀ ਇੰਪੋਰਟੈਂਟ ਆ ਇਹ। ਵਿਚ ਡੇ ਵਾਜ਼ ਦ ਮੋਸਟ ਡਿਫੀਕਲਟ ਫॉर ਦ ਚਿਲਡਰਨ, ਕਿਹੜਾ ਦਿਨ ਬੱਚਿਆਂ ਦੇ ਲਈ ਸਭ ਤੋਂ ਜਿਹੜੇ ਕਿ ਡਿਫੀਕਲਟ ਹੁੰਦਾ ਸੀ, ਸਭ ਤੋਂ ਔਖਾ ਹੁੰਦਾ ਸੀ, ਮੁਸ਼ਕਿਲ। ਦ ਬਲਾਈਂਡ ਡੇ ਵਾਜ਼ ਦ ਮੋਸਟ ਡਿਫੀਕਲਟ ਡੇ ਔਨ ਦਿਸ, ਇੱਥੇ ਤੱਕ ਇਹ ਕਿ ਸਭ ਤੋਂ ਔਖਾ ਦਿਨ ਕਿਹੜਾ ਹੁੰਦਾ ਸੀ, ਬਲਾਈਂਡ ਡੇ, ਅੰਨੇ ਵਾਲਾ ਦਿਨ। On this day all the time one feared that he was going to be hit by something, ਕਿਉਂਕਿ ਇਸ ਦਿਨ ਉਹਨਾਂ ਨੂੰ ਇਹ ਲੱਗਿਆ ਰਹਿੰਦਾ ਸੀ ਕਿ ਉਹ ਕਿਸੇ ਚੀਜ਼ ਦੇ ਕਿਹੜੀ ਚੀਜ਼ ਦੇ ਨਾਲ ਹੈ ਜਿਹੜੀ ਕਿ ਕਿਸੇ ਨਾਲ ਉਹਨਾਂ ਦੇ ਠੋਕਰ ਨਾ ਵੱਜੇ, ਉਹ ਨਾ ਕਿਸੇ ਚੀਜ਼ 'ਚ ਵੱਜਣ, ਮਤਲਬ ਕਿ ਉਹਨਾਂ ਨੂੰ ਹਰ ਟਾਈਮ ਹੈ ਜਿਹੜੇ ਕਿ ਇਹ ਡਰ ਲੱਗਿਆ ਰਹਿੰਦਾ ਸੀ। ਨੰਬਰ 8 ਹੂ ਡਿਡ ਮਿਸ ਬੀਮ ਲੀਡ ਦ ਆਥਰ ਟੂ, ਇਹ ਵੀ ਇੰਪੋਰਟੈਂਟ ਆ। ਇਸ ਚੈਪਟਰ ਦੇ ਤਕਰੀਬਨ ਸਾਰੇ ਇੰਪੋਰਟੈਂਟ ਨੇ ਕਿਉਂਕਿ ਫਸਟ ਚੈਪਟਰ ਹੈ। ਹੂ ਡਿਡ ਮਿਸ ਬੀਮ ਲੀਡ ਟੂ ਦ ਆਥਰ ਟੂ, ਮਿਸ ਬੀਮ ਆ ਜਿਹੜੀ ਕਿ ਲੇਖਕ ਨੂੰ ਕਿਸ ਦੇ ਕੋਲ ਲੈ ਕੇ ਗਈ, ਮਿਸ ਬੀਮ ਲੀਡ ਦ ਆਥਰ ਟੂ ਦ ਗਰਲ ਹੂਜ਼ ਆਈਜ਼ ਵਰ ਵੈਂਡਸ, ਉਸ ਲੜਕੀ ਦੇ ਕੋਲ ਜਿਸ ਦੀ ਅੱਖਾਂ ਉੱਤੇ ਪੱਟੀ ਬਣੀ ਹੋਈ ਸੀ। ਅਗਲਾ ਹੈ ਹਾਊ ਡਿਡ ਦ ਗਰਲ ਵਿਦ ਵੈਂਡਸ ਆਈਜ਼ ਫੀਲ ਔਨ ਹਰ ਬਲਾਈਂਡ ਡੇ, ਜਿਹੜੀ ਲੜਕੀ ਨੇ ਅੱਖਾਂ ਤੇ ਪੱਟੀ ਬਣੀ ਹੋਈ ਸੀ ਉਹਨੇ ਅੰਨੇ ਵਾਲੇ ਦਿਨ ਜਿਹੜੀ ਕਿ ਕੀ ਮਹਿਸੂਸ ਕੀਤਾ। ਆਲ ਦਾ ਟਾਈਮ ਸ਼ੀ ਫੀਅਰਡ ਡੈਟ ਸ਼ੀ ਵਾਜ਼ ਗੋਇੰਗ ਟੂ ਬੀ ਹਿੱਟ ਬਾਏ ਸਮਥਿੰਗ, ਉਹਨੂੰ ਇਹੀ ਡਰ ਲੱਗਿਆ ਰਿਹਾ ਕਿ ਉਸਨੂੰ ਕਿਸੇ ਚੀਜ਼ ਦੇ ਨਾਲ ਠੋਕਰ ਲੱਗਣ ਵਾਲੀ ਆ, ਮਤਲਬ ਭਾਵ ਕਿ ਇਹੀ ਉਹਦੇ ਮਨ 'ਚ ਡਰ ਲੱਗਿਆ ਰਿਹਾ ਕਿ ਵੀ ਹੁਣ ਉਹਦੇ ਠੋਕਰ ਵੱਜੇ, ਹੁਣ ਨਾ ਵੱਜੇ। ਇਹ ਵੀ ਇੰਪੋਰਟੈਂਟ ਹੈ, ਮੈਂ ਤੁਹਾਨੂੰ ਸਾਰੇ ਦੱਸੇ ਨੇ ਕਿ ਇਸ ਚੈਪਟਰ ਸਾਰੇ ਇੰਪੋਰਟੈਂਟ ਨੇ। ਵਟ ਡਜ਼ ਦ ਗਰਲ ਵਿਦ ਦ ਵੈਂਡਸ ਆਈਜ਼ ਟੈਲ ਦ ਆਥਰ ਅਬਾਊਟ ਹਰ ਗਾਈਡਸ, ਜਿਹੜੀ ਲੜਕੀ ਦੇ ਅੱਖਾਂ ਤੇ ਪੱਟੀ ਬਣੀ ਹੋਈ ਸੀ ਉਸਨੇ ਲੇਖਕ ਨੂੰ ਆਪਣੇ ਸਹਾਇਕ ਜਿਹੜੇ ਗਾਈਡ ਸੀ ਉਹਨਾਂ ਬਾਰੇ ਕੀ ਦੱਸਿਆ। ਸ਼ੀ ਟੋਲਡ ਡੈਟ ਗਾਈਡਸ ਵਰ ਵੈਰੀ ਗੁੱਡ, ਉਹਨੇ ਦੱਸਿਆ ਕਿ ਗਾਈਡਸ ਨੇ ਜਿਹੜੇ ਉਹਨਾਂ ਦੇ ਬਣੇ ਹੋਏ ਨੇ ਸਹਾਇਕ ਉਹ ਬਹੁਤ ਚੰਗੇ ਨੇ। ਨੰਬਰ 12 ਕੁਐਸਚਨ ਵਾਈ ਡਜ਼ ਦ ਗਰਲ ਵਿਦ ਵੈਂਡਸ ਆਈਜ਼ ਸੇ ਦੈਟ ਦ ਹਰ ਹੈਡ ਐਚਸ ਆਲ ਦ ਟਾਈਮ ਔਨ ਹਰ ਬਲਾਈਂਡ ਡੇ, ਅੱਖਾਂ ਤੇ ਪੱਟੀ ਬੰਨੀ ਲੜਕੀ ਕਿਉਂ ਕਹਿੰਦੀ ਹੈ ਕਿ ਉਹਦੇ ਅੰਨੇ ਹੋਣ ਵਾਲੇ ਦਿਨ ਸਾਰਾ ਦਿਨ ਜਿਹੜੇ ਕਿ ਉਹਦੇ ਸਿਰ ਦੇ ਵਿੱਚ ਦਰਦ ਰਹਿੰਦਾ ਸੀ। ਸ਼ੀ ਸੇਜ਼ ਡੈਟ ਹਰ ਹੈਡ ਐਚਸ ਆਲ ਦ ਟਾਈਮ ਜਸਟ ਫਰੋਮ ਡੋਜ਼ਿੰਗ ਥਿੰਗਸ ਡੈਟ ਆਰ ਨਾਟ ਦੇਅਰ, ਉਹ ਕੀ ਕਹਿੰਦੀ ਵੀ ਉਹਨੂੰ ਜਿਹੜੀ ਕਿ ਉਹਦੇ ਸਿਰ ਦੇ ਵਿੱਚ ਸਾਰਾ ਸਮੇਂ ਦਰਦ ਰਹਿੰਦਾ ਹੁੰਦਾ ਕਿਉਂਕਿ ਜਿਹੜੀਆਂ ਚੀਜ਼ਾਂ ਉੱਥੇ ਨਹੀਂ ਹੁੰਦੀਆਂ ਉਹਦੇ ਲਈ ਉਹਨਾਂ ਨੂੰ ਜਿਹੜੀ ਕਿ ਬਹੁਤ ਜਿਹੜੇ ਕਿ ਕੁਛ ਮਤਲਬ ਕਿ ਜੋ ਚੀਜ਼ ਨਹੀਂ ਹੁੰਦੀ ਉਹਨਾਂ ਲਈ ਉਹਨੂੰ ਬਹੁਤ ਚੀਜ਼ਾਂ ਨਾਲ ਐਫਰਟਸ ਕਰਨੇ ਪੈਂਦੇ ਨੇ, ਵੀ ਉਹਨਾਂ ਨੂੰ ਚੀਜ਼ ਨੂੰ ਦੱਸਣਾ ਪੈਂਦਾ ਜਾਂ ਉਹਨਾਂ ਨੂੰ ਕਿਵੇਂ ਮਹਿਸੂਸ ਹੁੰਦਾ, ਉਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੇ ਕਿ ਵੀ ਮੂਵਿੰਗ ਹੇਅਰ ਉਹਨਾਂ ਦੇ ਕਿਹੜੇ ਕਿਹੜੇ ਕੋਲ ਨੇ ਉਹਨਾਂ ਨਾਲ ਬਹੁਤ ਉਹਨਾਂ ਨੂੰ ਜਿਹੜੇ ਕਿ ਪ੍ਰੋਬਲਮਸ ਆਉਂਦੀਆਂ ਨੇ। ਅਗਲਾ ਹੈ ਵਟ ਅਕੋਰਡਿੰਗ ਟੂ ਦ ਗਰਲ ਵਿਦ ਦ ਵੈਂਡਸ ਆਈਜ਼ ਸੇ ਆਈਜ਼ ਇਜ਼ ਆਲਮੋਸਟ ਅ ਫਨ, ਤਾਂ ਜਿਹੜੀ ਅੱਖਾਂ ਤੇ ਪੱਟੀ ਬਣੀ ਹੋਈ ਸੀ ਉਸ ਲੜਕੀ ਦੇ ਅਨੁਸਾਰ ਕਿਹੜੀ ਚੀਜ਼ ਲਗਭਗ ਇੱਕ ਮਜ਼ਾਕ ਜਿਹੀ ਹੁੰਦੀ ਹੈ। ਅਕੋਰਡਿੰਗ ਟੂ ਹਰ ਡਿਸਕ੍ਰਾਈਬਿੰਗ ਨੂੰ ਲਿਖ ਸਕਦੇ ਹੋ ਟੂ ਟੈਲ ਅਬਾਊਟ ਦ ਸਰਾਊਂਡਿੰਗਸ ਟੂ ਅਦਰਸ ਇਜ਼ ਆਲਮੋਸਟ ਅ ਫਨ, ਉਹ ਕੀ ਕਹਿੰਦੀ ਵੀ ਜਿਹੜੀ ਆਪਣੇ ਆਲੇ ਦੁਆਲੇ ਬਾਰੇ ਦੱਸਣਾ ਲਗਭਗ ਇੱਕ ਮਜ਼ਾਕ ਜਿਹਾ ਹੁੰਦਾ ਕਿ ਦੂਜੇ ਨੂੰ ਦੱਸਣਾ ਕਿ ਸਾਡੇ ਆਲੇ ਦੁਆਲੇ ਕੀ ਹੈ, ਉਹ ਇੱਕ ਦੱਸਣਾ ਇੱਕ ਮਜ਼ਾਕ ਜਿਹਾ ਹੀ ਲੱਗਦਾ ਉਹਨਾਂ ਨੂੰ। ਨੰਬਰ 13 ਜ਼ਿਆਦਾ ਇੰਪੋਰਟੈਂਟ ਆ। ਵਟ ਡਜ਼ ਦ ਗਰਲ ਵਿਦ ਦ ਵੈਂਡਸ ਆਈਜ਼ ਟੈਲ ਦ ਆਥਰ ਅਬਾਊਟ ਦ ਹੈਡ ਗਰਲ ਬਾਰੇ ਕੀ ਦੱਸਿਆ। ਸ਼ੀ ਟੈਲਸ ਡੈਟ ਹੈਡ ਗਰਲ ਮਿਲੀ ਇਜ਼ ਅ ਵੈਰੀ ਨਾਈਸ ਜਾਂ ਡੀਸੈਂਟ, ਉਹਨੇ ਦੱਸਿਆ ਕਿ ਮਿਲੀ ਜਿਹੜੀ ਕਿ ਬਹੁਤ ਜ਼ਿਆਦਾ ਡੀਸੈਂਟ ਆ, ਤੇ ਡੀਸੈਂਟ ਦੇ ਅੱਗੇ ਤੁਸੀਂ ਅਫੁਲੀ ਵੀ ਲਿਖ ਸਕਦੇ ਹੋ, ਠੀਕ ਆ, ਵੀ ਬਹੁਤ ਚੰਗੀ ਆ। ਅਗਲਾ ਆਪਣਾ ਕੁਐਸਚਨ ਹੈਗਾ ਵਟ ਡਜ਼ ਦ ਗਰਲ ਵਿਦ ਦ ਵੈਂਡਸ ਆਈਜ਼ ਸੇ ਅਬਾਊਟ ਦ ਗਾਰਡਨਰ ਬਾਰੇ ਕੀ ਕਿਹਾ, ਮਾਲੀ ਬਾਰੇ ਕੀ ਕਿਹਾ। ਸ਼ੀ ਸੇਜ਼ ਡੈਟ ਹੀ ਇਜ਼ ਹੰਡਰਡਸ ਆਫ ਈਅਰਸ ਓਲਡ, ਉਹਨੇ ਕਿਹਾ ਕਿ ਉਹ ਕਈ 100 ਸਾਲਾਂ ਦਾ ਬੁੱਢਾ ਹੈ। ਅੱਗੇ ਵਟ ਮੇਡ ਦ ਮਿਸ ਬੀਮਸ ਥਿੰਕ ਡੈਟ ਦੇਅਰ ਵਾਜ਼ ਸਮਥਿੰਗ ਇਨ ਹਰ ਸਿਸਟਮ, ਤਾਂ ਮਿਸ ਬੀਮ ਨੇ ਕੀ ਸੋਚ ਲਿਆ ਸੀ ਕਿ ਉਹਦੇ ਸਿਸਟਮ ਦੇ ਵਿੱਚ ਕੁਝ ਹੈ। ਦ ਆਥਰ ਵਾਜ਼ ਇੰਪ੍ਰੈਸਡ ਬਾਈ ਦ ਓਰੀਜਨੈਲਿਟੀ ਆਫ ਮਿਸ ਬੀਮਸ ਸਕੂਲ, ਜਿਹੜਾ ਲੇਖਕ ਹੈ ਉਹ ਮਿਸ ਬੀਮ ਦੇ ਓਰੀਜਨੈਲਿਟੀ ਸਕੂਲ ਨੂੰ ਦੇਖ ਕੇ ਬਹੁਤ ਜ਼ਿਆਦਾ ਜਿਹੜੇ ਕਿ ਇੰਪ੍ਰੈਸ ਹੋਇਆ। ਸੋ ਫਿਰ ਅੱਗੇ ਸਾਰਾ ਵਿੱਚੋਂ ਹੀ ਆ। ਸ਼ੀ ਥੋਟ ਦੇਅਰ ਵਾਜ਼ ਸਮਥਿੰਗ ਇਨ ਹਰ ਸਿਸਟਮ ਬਿਕੋਜ਼ ਹਰ ਸਕੂਲ ਹੈਡ
ਟਾਊਟ ਦ ਆਥਰ ਟੂ ਸ਼ੇਅਰ ਦ ਸੋਰੋਜ਼ ਆਫ ਅਦਰਸ, ਕਿਉਂਕਿ ਉਹਨਾਂ ਦੇ ਸਕੂਲ ਨੇ ਲੇਖਕ ਨੂੰ ਇਹ ਸਿਖਲਾਇਆ ਕਿ ਦੂਜਿਆਂ ਦੇ ਦੁੱਖ ਵੰਡ ਲੈਣੇ ਚਾਹੀਦੇ ਨੇ ਆਪਾਂ ਨੂੰ। ਹਾਂਜੀ, ਫਸਟ ਚੈਪਟਰ ਤੋਂ ਬਾਅਦ ਆਪਣਾ ਸੈਕੰਡ ਚੈਪਟਰ ਹੈਗਾ ਕਮੇਲੀਅਨ, ਤਾਂ ਐਂਟਨ ਚੈਖਵ ਦਾ ਜਿਹੜਾ ਲਿਖਿਆ ਹੋਇਆ ਹੈ। ਇਸ ਦੇ ਵਿੱਚ ਆਪਣਾ ਫਸਟ ਕੁਐਸਚਨ ਹੈਗਾ, ਫਸਟ ਇੰਪੋਰਟੈਂਟ ਆ, ਸੈਕੰਡ ਵੀ ਇੰਪੋਰਟੈਂਟ ਆ। ਵੇਅਰ ਵਾਜ਼ ਦਾ ਪੁਲਿਸ ਸੁਪਰਡੈਂਟ ਔਚਮਲਵ ਵਾਕਿੰਗ, ਜਿਹੜਾ ਪੁਲਿਸ ਸੁਪਰਡੈਂਟ ਸੀ ਔਚਮਲਵ, ਉਹ ਕਿੱਥੇ ਚੱਲ ਰਿਹਾ ਸੀ। ਵਟ ਵਾਜ਼ ਹੀ ਕੈਰਿੰਗ ਅੰਡਰ ਹਿਜ਼ ਆਰਮ, ਤੇ ਉਹਨੇ ਆਪਣੀ ਬਾਂਹ ਦੇ ਥੱਲੇ ਜਿਹੜੀ ਕਿ ਕੀ ਚੁੱਕਿਆ ਹੋਇਆ ਸੀ। ਹੀ ਵਾਜ਼ ਵਾਕਿੰਗ ਅਕਰੋਸ ਦਾ ਮਾਰਕੀਟ ਸਕੁਅਰ, ਮਾਰਕੀਟ ਸਕੁਅਰ ਦੇ ਵਿੱਚ ਜਿਹੜੇ ਕਿ ਉਹ ਚੱਲ ਰਿਹਾ ਸੀ। ਐਂਡ ਕੈਰਿੰਗ ਅ ਪਾਰਸਲ ਅੰਡਰ ਹਿਜ਼ ਆਰਮ, ਤੇ ਉਹਨੇ ਜਿਹੜੇ ਕਿ ਬਾਂਹ ਦੇ ਵਿੱਚ ਪਾਰਸਲ ਚੱਕਿਆ ਹੋਇਆ ਸੀ। ਅੱਗੇ ਹੈ ਹੂ ਵਾਜ਼ ਵਾਕਿੰਗ ਆਫਟਰ ਹਿਮ, ਉਸਦੇ ਪਿੱਛੇ ਕੌਣ ਚੱਲ ਰਿਹਾ ਸੀ। ਜੈਲਡਰਨ ਅ ਰੈੱਡ ਹੇਅਰ ਪੁਲਿਸਮੈਨ, ਪੁਲਿਸਮੈਨ ਦਾ ਕੀ ਨੇਮ ਸੀ, ਜੈਲਡਰਨ ਅ ਰੈੱਡ ਹੇਅਰ ਪੁਲਿਸਮੈਨ ਵਾਜ਼ ਵਾਕਿੰਗ ਆਫਟਰ ਹਿਮ, ਉਸਦੇ ਪਿੱਛੇ ਚੱਲ ਰਿਹਾ ਸੀ। ਅੱਗੇ ਥਰਡ, ਵਟ ਵਾਜ਼ ਦਾ ਰੈੱਡ ਹੇਅਰਡ ਪੁਲਿਸਮੈਨ ਕੈਰਿੰਗ ਇਨ ਹਿਜ਼ ਹੈਂਡ, ਉਹਨੇ ਆਪਣੇ ਹੈਂਡ ਦੇ ਵਿੱਚ ਕੀ ਚੱਕਿਆ ਹੋਇਆ ਸੀ। ਹੀ ਵਾਜ਼ ਕੈਰਿੰਗ ਸੀਵ ਜਾਂ ਫਿਲਟਰ ਫੁੱਲ ਆਫ ਗੂਸਬੈਰੀਜ਼ ਇਨ ਹਿਜ਼ ਹੈਂਡਸ, ਠੀਕ ਹੈ। ਉਹਨੇ ਜਿਹੜੀ ਕਿ ਹੱਥਾਂ ਦੇ ਵਿੱਚ ਕਾਕਦਰਿਆਂ ਗੂਸਬੈਰੀ ਦੇ ਨਾਲ ਭਰੀ ਹੋਈ ਜਿਹੜੀ ਕਿ ਛਲਣੀ ਲੈ ਕੇ ਜਾ ਰਿਹਾ ਸੀ। ਫਸਟ ਟੂ ਮੋਸਟ ਇੰਪੋਰਟੈਂਟ ਨੇ, ਅਤੇ ਉਸ ਤੋਂ ਬਾਅਦ ਫੋਰਥ ਅਤੇ ਫਿਫਥ ਜਿਨ੍ਹਾਂ ਨੇ ਟਿਕ ਲੱਗੀ ਹੋਈ ਹੈ ਅਤੇ ਇੰਪੋਰਟੈਂਟ ਲਿਖਿਆ ਉਹ ਜ਼ਿਆਦਾ ਇੰਪੋਰਟੈਂਟ ਨੇ। ਹੂ ਵਾਜ਼, ਬਾਕੀ ਵੀ ਤੁਸੀਂ ਰੀਡ ਕਰਨੇ ਨੇ। ਹੂ ਵਾਜ਼ ਚੇਜ਼ਿੰਗ ਦਾ ਡੌਗ ਦਾ ਜਿਹੜੇ ਕਿ ਪਿੱਛਾ ਕੌਣ ਕਰ ਰਿਹਾ ਸੀ, ਹਰੀਕਿਊਨ, ਕਿਉਂਕਿ ਹਰੀਕਿਊਨ ਦੀ ਜਿਹੜੀ ਕਿ ਉਹ ਕਹਿ ਰਿਹਾ ਸੀ ਕਿ ਵੀ ਉਹਦੀ ਉਂਗਲੀ ਨੂੰ ਕੱਟ ਲਿਆ ਗਿਆ, ਤਾਂ ਕਰਕੇ ਉਹਦਾ ਪਿੱਛਾ ਕਰ ਰਿਹਾ ਸੀ ਡੌਗ ਦਾ। ਹਰੀਕਿਊਨ ਵਾਜ਼ ਚੇਜ਼ਿੰਗ ਦਾ ਡੌਗ, ਅਤੇ ਹਰੀਕਿਊਨ ਹੈ ਕੌਣ ਸੀ, ਇਹ ਗੋਲਡ ਸਮਿਥ ਸੀ, ਸੁਨਿਆਰ ਸੀ। ਫਿਫਥ ਨੰਬਰ 'ਤੇ ਵਾਈ ਵਾਜ਼ ਹਰੀਕਿਊਨ ਚੇਜ਼ਿੰਗ ਦਾ ਡੌਗ, ਕਿਉਂ ਕਰ ਰਿਹਾ ਸੀ ਉਹਦਾ ਪਿੱਛਾ। ਹਰੀਕਿਊਨ ਵਾਜ਼ ਚੇਜ਼ਿੰਗ ਦਾ ਡੌਗ ਬਿਕੋਜ਼ ਦਾ ਡੌਗ ਹੈਡ ਵਿਟਨ ਹਿਜ਼ ਫਿੰਗਰ, ਕਿਉਂਕਿ ਡੌਗ ਨੇ ਉਹਦੀ ਫਿੰਗਰ ਨੂੰ ਜਿਹੜੇ ਕਿ ਕੱਟ ਲਿਆ ਸੀ, ਤਾਂ ਉਹਦਾ ਪਿੱਛਾ ਕਰ ਰਿਹਾ ਸੀ। ਇਹ ਦੋਨੋਂ ਇੰਪੋਰਟੈਂਟ ਨੇ, ਅਤੇ ਤੁਹਾਨੂੰ ਪਹਿਲਾਂ ਵੀ ਮੈਂ ਵਾਰ-ਵਾਰ ਦੱਸ ਰਹੀ ਕਿ ਕਈ ਵਾਰ ਕੁਐਸਚਨ ਆ ਜਿਹੜੇ ਕਿ ਦੋ ਇਕੱਠੇ ਹੋ ਕੇ ਆ ਜਾਂਦੇ ਹੁੰਦੇ ਨੇ। ਅਗਲਾ ਹੈ ਆਪਣਾ ਵਟ ਵਾਜ਼ ਹਰੀਕਿਊਨ ਵੇਅਰਿੰਗ, ਹਰੀਕਿਊਨ ਨੇ ਕੀ ਪਹਿਨਿਆ ਹੋਇਆ ਸੀ। ਹੀ ਵਾਜ਼ ਵੇਅਰਿੰਗ ਸਟਾਰਚ ਕਾਟਨ ਸ਼ਰਟ ਵਿਦ ਹਿਜ਼ ਵੇਸਟ ਕੋਟ ਅਨਬਟਨ, ਹਰੀਕਿਊਨ ਨੇ ਜਿਹੜੇ ਕਿ ਸਟਾਰਚ ਲੱਗੇ ਹੋਏ ਕਾਟਨ ਦੀ ਸ਼ਰਟ ਪਹਿਨੀ ਹੋਈ ਸੀ, ਅਤੇ ਬਟਨਾਂ ਦੇ ਬਿਨਾਂ ਜਿਹੜੀ ਕਿ ਉਹਨੇ ਆਪਣੀ ਬਾਸਕਟ ਪਾਈ ਹੋਈ ਸੀ। ਹੀ ਵਾਜ਼ ਵੇਅਰਿੰਗ ਸਟਾਰਚ ਕਾਟਨ ਸ਼ਰਟ, ਇਹ ਵੀ ਕਰ ਸਕਦੇ ਹੋ ਤੁਸੀਂ, ਐਂਡ ਅਨਬਟਨ ਕੋਟ, ਐਵੇਂ ਵੀ ਲਿਖ ਸਕਦੇ ਹੋ। ਅੱਗੇ ਹੈ ਵਟ ਡਿਡ ਹਰੀਕਿਊਨ ਡਿਸਪਲੇ ਟੂ ਦਾ ਕਰਾਊਡ, ਹਰੀਕਿਊਨ ਨੇ ਜਿਹੜੇ ਕਿ ਕਰਾਊਡ ਹੋ ਗਈ ਭੀੜ ਨੂੰ ਕੀ ਦਿਖਾਇਆ। ਹੀ ਡਿਸਪਲੇਡ ਬਲੀਡਿੰਗ ਫਿੰਗਰ ਟੂ ਦਾ ਕਰਾਊਡ, ਕੀ ਦਿਖਾਇਆ ਸੀ ਉਹਨੇ, ਬਲੀਡਿੰਗ ਫਿੰਗਰ, ਬਹੁਤ ਛੋਟੇ ਜਿਹੇ ਨੇ ਇਹ, ਬਲੀਡਿੰਗ ਫਿੰਗਰ। ਅੱਗੇ ਹਾਊ ਵਾਜ਼ ਹਰੀਕਿਊਨਸ ਬਲੀਡਿੰਗ ਫਿੰਗਰ ਅ ਫਲੈਗ ਆਫ ਵਿਕਟਰੀ, ਹਰੀਕਿਊਨ ਦੀ ਜਿਹੜੀ ਕਿ ਫਿੰਗਰ ਸੀ ਉਹ ਜਿੱਤ ਦਾ ਝੰਡਾ ਕਿਵੇਂ ਬਣੀ। ਦ ਫਿੰਗਰ ਵਾਜ਼ ਅ ਫਲੈਗ ਆਫ ਵਿਕਟਰੀ ਬਿਕੋਜ਼ ਆਫ ਦਾ ਲਾ ਵਾਜ਼ ਔਨ ਹੀਜ਼ ਸਾਈਡ, ਕਿਉਂਕਿ ਉਹਨੂੰ ਲੱਗਦਾ ਸੀ ਕਿ ਜਿਹੜੀ ਕਿ ਕਾਨੂੰਨ ਉਹਦੇ ਸਾਈਡ ਦੇ ਵੱਲ ਹੈ। ਹੀ ਹੋਪ ਟੂ ਗੈਟ ਸਮ ਕੰਪੈਨਸ਼ਨ ਥਰੂ ਦਾ ਪੁਲਿਸ, ਤੇ ਉਹ ਸੋਚਦਾ ਸੀ ਕਿ ਉਹਨੂੰ ਕੁਝ ਮੁਆਵਜ਼ਾ ਮਿਲੂਗਾ ਪੁਲਿਸ ਦੇ ਰਾਹੀਂ। ਅਗਲਾ ਹੈ ਨੰਬਰ 8 ਵੀ ਇੰਪੋਰਟੈਂਟ ਹੈ, ਜਿਨ੍ਹਾਂ ਨੇ ਟਿਕ ਲੱਗੀ ਹੋਈ ਹੈ ਇੰਪੋਰਟੈਂਟ ਨੇ ਇਹ। ਨੰਬਰ 9 ਵੀ ਇੰਪੋਰਟੈਂਟ ਹੈ। ਵਾਈ ਡਿਡ ਹਰੀਕਿਊਨ ਥਿੰਕ ਡੈਟ ਹੀ ਮਸਟ ਹੈਵ ਅ ਡੈਮੇਜ, ਹਰੀਕਿਊਨ ਕਿਉਂ ਸੋਚਦਾ ਸੀ ਕਿ ਉਹਨੂੰ ਪੱਕਾ ਜਿਹੜੇ ਕਿ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ। ਹੀ ਮਸਟ ਹੈਵ ਅ ਡੈਮੇਜ ਬਿਕੋਜ਼ ਆਫ ਹੀਜ਼ ਬਿਟਨ ਫਿੰਗਰ, ਹੀ ਕੁਡ ਨਾਟ ਡੂ ਵਰਕ, ਕਿਉਂਕਿ ਉਹ ਸੋਚਦਾ ਸੀ ਕਿ ਉਹਦੀ ਜਿਹੜੀ ਉਂਗਲ ਕੱਟੀ ਗਈ ਉਹਦੇ ਨਾਲ ਉਹ ਕੰਮ ਨਹੀਂ ਕਰ ਸਕਦਾ। ਹੀ ਵਿਲ ਹੈਵ ਟੂ ਸਟੇ ਵਿਦਾਊਟ ਵਰਕ ਫੋਰ ਅ ਵੀਕ, ਅਤੇ ਉਹਨੂੰ ਬਹੁਤ ਜਿਹੜੇ ਕਿ ਉਹਨੂੰ ਇੱਕ ਹਫ਼ਤਾ ਬਿਨਾਂ ਕੰਮ ਦੇ ਰਹਿਣਾ ਪਊਗਾ। ਸੋ ਬਿਨਾਂ ਕੰਮ ਦੇ ਉਹਨੂੰ ਰਹਿਣਾ ਪਊਗਾ, ਅਤੇ ਉਸ ਹਫ਼ਤੇ ਦੀ ਜਿਹੜੀ ਉਹਦੀ ਅਰਨਿੰਗ ਹੋਣੀ ਸੀ, ਅਗਰ ਉਹਦੀ ਫਿੰਗਰ ਠੀਕ ਹੁੰਦੀ ਤਾਂ ਉਹ ਕਮਾ ਸਕਦਾ ਸੀ, ਬਟ ਹੁਣ ਉਹਦੀ ਫਿੰਗਰ ਕੱਟੀ ਗਈ ਹੈ ਤਾਂ ਉਸ ਸਮੇਂ ਦਾ ਜਿਹੜੇ ਕਿ ਉਹਨੂੰ ਪੈਸਾ ਜ਼ਰੂਰ ਮਿਲੂਗਾ, ਉਹ ਇਸ ਚੀਜ਼ ਸੋਚਦਾ ਸੀ। ਵੀਕ ਨੂੰ ਤੁਸੀਂ 7 ਡੇ ਵੀ ਲਿਖ ਸਕਦੇ ਹੋ, ਕਿਉਂਕਿ ਇਹ ਸ਼ਾਰਟ ਕੁਐਸਚਨਾਂ ਦੇ ਵਿੱਚ ਕਈ ਵਾਰ 7 ਡੇਜ਼ ਪਾ ਦਿੰਦੇ ਹੁੰਦੇ ਨੇ। ਅਗਲਾ ਨੰਬਰ 10 ਵਟ ਵਾਜ਼ ਔਚਮਲਵ ਫਸਟ ਰਿਐਕਸ਼ਨ ਹਰੀਕਿਊਨਸ ਕੰਪਲੇਂਟ, ਤਾਂ ਇਹ ਵੀ ਲਾਈਨ ਤੁਸੀਂ ਕੁਐਸਚਨ ਕਰਨਾ, ਬਿਕੋਜ਼ ਅਗਰ ਇਸ ਦਾ ਜਿਹੜੇ ਕਿ ਲੌਂਗ ਕੁਐਸਚਨ ਦੇ ਵਿੱਚ ਇਹਦਾ ਜਿਹੜੇ ਕਿ ਉਹ ਆ ਜਾਂਦਾ ਟਾਈਟਲ, ਦੈਨ ਉਹਨਾਂ ਦੇ ਵਿੱਚ ਸਾਰੇ ਕੁਐਸਚਨਸ ਜਿਹੜੇ ਕਿ ਐਡ ਅਪ ਹੋ ਜਾਂਦੇ ਨੇ।
ਹੀ ਵਾਂਟਡ ਟੂ ਟੀਚ ਅ ਲੈਸਨ ਟੂ ਦੋਜ਼ ਪੀਪਲ ਹੂ ਲੈਟ देयर ਡੌਗਸ ਆਊਟ। ਉਹਨੇ ਇਹ ਕਿਹਾ ਸੀ ਕਿ ਉਹ ਲੋਕਾਂ ਨੂੰ ਸਬਕ ਸਿਖਾਊਗਾ ਜਿਹੜੇ ਕੁੱਤੇ ਜਿਹੜੇ ਕਿ ਡੌਗਸ ਨੂੰ ਹਰ ਜਗ੍ਹਾ 'ਤੇ ਭੇਜ ਦਿੰਦੇ ਨੇ। ਫਸਟ ਰਿਐਕਸ਼ਨ ਇਹ ਸੀ, ਬਟ ਜਦੋਂ ਉਹਨੂੰ ਪਤਾ ਲੱਗਿਆ ਕਿ ਡੌਗ ਜਨਰਲ ਜਿਹੜੀ ਕਿ ਉਹਦੇ ਬ੍ਰਦਰ ਜੀਗਲ ਆਫ ਦਾ ਬ੍ਰਦਰ ਨਾਲ ਬਿਲੋਂਗ ਕਰਦਾ, ਦੈਨ ਉਹਦੇ ਜਿਹੜੀ ਕਿ ਇੱਕ ਗਿਰਗਿਟ ਦੀ ਤਰ੍ਹਾਂ ਉਹਨੇ ਆਪਣਾ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰ ਲਿਆ। ਅਗਲਾ ਹੈ ਵਟ ਡਿਡ 11 ਨੰਬਰ ਵੀ ਇੰਪੋਰਟੈਂਟ ਆ। ਵਟ ਡਿਡ ਹੀ ਮਤਲਬ ਕਿ ਔਚਮਲਵ ਲੇਟਰ ਰਿਫਿਊਜ਼ ਟੂ ਟੇਕ ਐਨੀ ਐਕਸ਼ਨ ਅਗੇਂਸਟ ਦਾ ਓਨਰ ਆਫ ਦਾ ਡੌਗ। ਐਂਡ ਦੇ ਵਿੱਚ ਜਿਹੜੇ ਕਿ ਔਚਮਲਵ ਨੇ ਕਿਉਂ ਮਨਾ ਕਰਤਾ ਸੀ ਕਿ ਜਿਹੜਾ ਡੌਗ ਦਾ ਓਨਰ ਸੀ ਉਹਦੇ ਵਿਰੁੱਧ ਜਿਹੜੀ ਕੋਈ ਵੀ ਐਕਸ਼ਨ ਕਰਨ ਤੋਂ। ਹੀ ਰਿਫਿਊਜ਼ ਟੂ ਟੇਕ ਐਕਸ਼ਨ ਬਿਕੋਜ਼ ਇਟ ਵਾਜ਼ ਅ ਜਨਰਲਸ ਡੌਗ, ਕਿਉਂਕਿ ਉਹ ਜਨਰਲ ਦਾ ਜਿਹੜੇ ਕਿ ਡੌਗ ਸੀ ਉਹਦੇ ਬ੍ਰਦਰ ਦਾ ਡੌਗ ਸੀ, ਜਿਸ ਕਰਕੇ ਉਹਨੇ ਕੋਈ ਵੀ ਐਕਸ਼ਨ ਲੈਣ ਤੋਂ ਜਿਹੜੇ ਕਿ ਮਨਾ ਕਰਤਾ ਸੀ। ਜਨਰਲ ਦਾ ਬ੍ਰਦਰ ਦਾ ਕੀ ਨੇਮ ਸੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤਾਂ ਜਿਹੜਾ ਜਨਰਲਸ ਦੇ ਬ੍ਰਦਰ ਦਾ ਨੇਮ ਕੀ ਸੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਠੀਕ ਹੈ। ਉਹਦੇ ਬ੍ਰਦਰ ਦਾ ਨੇਮ ਸੀ, ਇਸ ਦਾ ਇਹ ਡੌਗ ਸੀ। ਅਗਲਾ ਹੈ ਆਪਣਾ ਕੁਐਸਚਨ ਨੰਬਰ 12, ਵਟ ਵਾਜ਼ ਦਾ ਪੁਲਿਸ ਸੁਪਰਡੈਂਟ ਓਪੀਨੀਅਨ ਅਬਾਊਟ ਦਾ ਬੀਟਿੰਗ ਆਫ ਦਾ ਡੌਗ। ਜਿਹੜੇ ਪੁਲਿਸ ਸੁਪਰਡੈਂਟ ਸੀ ਉਹਦੀ ਕੀ ਓਪੀਨੀਅਨ ਸੀ, ਕੀ ਰਾਏ ਸੀ ਜਿਹੜੇ ਕਿ ਕੁੱਤੇ ਦੇ ਕੱਟਣ ਬਾਰੇ। ਹੀ ਟੋਲਡ ਡੈਟ ਹਾਊ ਬਿਗ ਮੈਨ ਕੁੱਡ ਬੀ ਵਿਟਨ ਬਾਈ ਏ ਸਮਾਲ ਡੌਗ। ਤਾਂ ਉਹ ਕੀ ਕਹਿ ਰਹੇ ਸੀ ਵੀ ਉਹਦਾ ਵਿਚਾਰ ਇਹ ਸੀ ਕਿ ਇੱਕ ਐਡੇ ਵੱਡੇ ਆਦਮੀ ਨੂੰ ਇੱਕ ਛੋਟਾ ਜਿਹਾ ਕੁੱਤਾ ਕਿਵੇਂ ਕੱਟ ਸਕਦਾ, ਠੀਕ ਹੈ, ਛੋਟਾ ਜਿਹਾ ਡੌਗ ਕਿਵੇਂ ਕੱਟ ਸਕਦਾ। ਜਦੋਂ ਉਹਨੂੰ ਜਿਹੜੀ ਕਿ ਪਤਾ ਲੱਗਾ ਸੀ ਕਿ ਉਸਦਾ ਜਨਰਲ ਜਿਗੋਲੋਗ ਉਹਨਾਂ ਦੇ ਡੌਗ ਉਹਨਾਂ ਨਾਲ ਬਿਲੋਂਗ ਕਰਦੇ ਤੇ ਬ੍ਰਦਰ ਦੇ ਨਾਲ, ਦੈਨ ਉਹਨੇ ਆਪਣੀ ਓਪੀਨੀਅਨ ਚੇਂਜ ਕਰਤੀ ਸੀ। ਇਹਨੂੰ ਵੀ ਤੁਸੀਂ ਜਸਟ ਰੀਡ ਜ਼ਰੂਰ ਕਰਨਾ, ਕਿਉਂਕਿ ਕਈ ਵਾਰ ਜਿਹੜੇ ਕਿ ਕੁਐਸਚਨਸ ਨਾਲ ਅਟੈਚ ਹੋ ਕੇ ਆ ਜਾਂਦੇ ਨੇ। ਵਟ ਡਿਡ ਦਾ ਪੁਲਿਸ ਮੈਨ ਟੈਲ ਦਾ ਸੁਪਰਡੈਂਟ ਅਬਾਊਟ ਦਾ ਜਨਰਲਸ ਡੌਗ। ਪੁਲਿਸ ਸੁਪਰਡੈਂਟ ਨੇ ਜਿਹੜੇ ਕਿ ਜਨਰਲ ਦੇ ਡੌਗ ਬਾਰੇ ਕੀ ਕਿਹਾ। ਹੀ ਟੋਲਡ ਡੈਟ ਜਨਰਲਸ ਡੌਗਸ ਆਰ ਮੋਸਟਲੀ ਸਟ੍ਰੇਟਸ। ਉਹਨੇ ਕਿਹਾ ਕਿ ਜਿਹੜੇ ਕਿ ਜਨਰਲ ਦੇ ਡੌਗਸ ਨੇ ਜ਼ਿਆਦਾਤਰ ਵੱਡੇ, ਲਾਰਜ ਐਂਡ ਆਫ ਗੁੱਡ ਬਰੀਡਸ, ਤੇ ਉਹ ਚੰਗੀ ਨਸਲਾਂ ਦੇ ਜਿਹੜੇ ਕਿ ਹੁੰਦੇ ਨੇ। ਹੂ ਵਾਜ਼ ਪ੍ਰੋਹਰ। ਪ੍ਰੋਹਰ ਕੌਣ ਸੀ, ਇਹ ਇੰਪੋਰਟੈਂਟ ਆ, ਮੋਸਟ ਇੰਪੋਰਟੈਂਟ, ਜਿਹਨਾਂ 'ਤੇ ਮੈਂ ਟਿਕ ਲਗਾਈ ਹੋਈ ਹੈ ਮੋਸਟ ਇੰਪੋਰਟੈਂਟ ਨੇ। ਪ੍ਰੋਹਰ ਵਾਜ਼ ਦਾ ਜਨਰਲਸ ਕੁੱਕ। ਪ੍ਰੋਹਰ ਹੈ ਜਿਹੜੇ ਕਿ ਜਨਰਲ ਦਾ ਕੁੱਕ ਸੀ। ਅੱਗੇ ਹੈ ਵਟ ਇਨਫੋਰਮੇਸ਼ਨ ਡਿਡ ਪ੍ਰੋਹਰ ਗਿਵ ਅਬਾਊਟ ਦਾ ਡੌਗਸ। ਪ੍ਰੋਹਰ ਨੇ ਡੌਗਸ ਦੇ ਬਾਰੇ ਜਿਹੜੀ ਕਿ ਕੀ ਸੂਚਨਾ ਦਿੱਤੀ। ਪ੍ਰੋਹਰ ਟੋਲਡ ਡੈਟ ਜਨਰਲਸ ਬ੍ਰਦਰ ਵਾਜ਼ ਦਾ ਓਨਰ ਆਫ ਦਾ ਡੌਗ। ਤਾਂ ਪ੍ਰੋਹਰ ਨੇ ਦੱਸਿਆ ਕਿ ਜਿਹੜਾ ਕਿ ਡੌਗ ਆ ਉਹ ਜਨਰਲ ਦੇ ਬ੍ਰਦਰ ਦਾ ਜਿਹੜੇ ਕਿ ਬ੍ਰਦਰ ਹੈ ਉਸਦਾ ਉਹ ਓਨਰ ਆ, ਵੀ ਜਨਰਲ ਦਾ ਜਿਹੜਾ ਬ੍ਰਦਰ ਆ ਉਹ ਉਸਦਾ ਓਨਰ ਆ। ਮੈਂ ਬ੍ਰਦਰ ਦਾ ਜਿਹੜੇ ਕਿ ਤੁਹਾਨੂੰ ਪਹਿਲਾਂ ਦੱਸੀ ਸੀ ਸਪੈਲਿੰਗ, ਇਹਨੂੰ ਜ਼ਰੂਰ ਯਾਦ ਕਰਨਾ, ਕਿਉਂਕਿ ਕਈ ਵਾਰ ਜਿਹੜੇ ਕਿ ਸ਼ਾਰਟ ਦੇ ਵਿੱਚ ਪੁੱਛ ਲੈਂਦੇ ਨੇ। ਈਵੰਚ ਅਗਲਾ ਹੈ ਨੰਬਰ 16 ਵੀ ਇੰਪੋਰਟੈਂਟ ਆ। ਵਾਈ ਡਿਡ ਦਾ ਕਰਾਊਡ ਲਾਫ ਐਟ ਦਾ ਹਰੀਕੂਨ ਐਟ ਦਾ ਐਂਡ ਆਫ ਦਾ ਸਟੋਰੀ। ਕਿਉਂ ਹੱਸੀ ਸੀ, ਮੋਸਟ ਇੰਪੋਰਟੈਂਟ। ਬਿਕੋਜ਼ ਹੀ ਫੇਲ ਟੂ ਗੈਟ ਸਮ ਮਨੀ ਬਾਏ ਸ਼ੋਇੰਗ ਫਿੰਗਰ ਬਾਏ ਟੈਲਿੰਗ ਲਾਈਜ਼। ਕਿਉਂਕਿ ਉਹਨੇ ਝੂਠ ਵੀ ਬੋਲਿਆ, ਝੂਠ ਬੋਲਣ ਦੇ ਬਾਵਜੂਦ ਵੀ ਉਹ ਆਪਣੀ ਜਿਹੜੀ ਕਿ ਬਲੀਡਿੰਗ ਫਿੰਗਰ ਦਿਖਾਉਣ ਦੇ ਬਾਵਜੂਦ ਉਹ ਫੇਲ ਹੋ ਗਿਆ ਸੀ ਕੁਛ ਪੈਸੇ ਲੈਣ ਦੇ ਲਈ। ਦਾ ਪੁਲਿਸ ਸੁਪਰਡੈਂਟ ਥ੍ਰਿਟਨਡ ਹਿਮ। ਤੇ ਪੁਲਿਸ ਸੁਪਰਡੈਂਟ ਉਹਨੂੰ ਹੀ ਧਮਕੀ ਦੇਣ ਲੱਗ ਗਿਆ ਸੀ, ਜਿਸ ਕਰਕੇ ਸਾਰੀ ਜਿਹੜੀ ਕਿ ਕਰਾਊਡ ਹੱਸਣ ਲੱਗੀ। ਜਾਂ ਆ ਵੀ ਤੁਸੀਂ ਕਰ ਸਕਦੇ ਹੋ ਬਿਕੋਜ਼ ਹੀ ਡਿਡ ਨਾਟ ਗੈਟ ਕੰਪੈਨਸ਼ਨ ਫੋਰ ਹਿਜ਼ ਬਲੀਡਿੰਗ ਫਿੰਗਰ। ਕਿਉਂਕਿ ਉਹ ਆਪਣੀ ਬਲੀਡਿੰਗ ਫਿੰਗਰ ਦੇ ਲਈ ਕੁਛ ਮੁਆਵਜ਼ਾ ਜਿਹੜਾ ਨਹੀਂ ਲੈ ਪਾਇਆ ਸੀ। ਦੋਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਹ ਯਾਦ ਕਰ ਸਕਦੇ ਹੋ। ਬਾਕੀ ਤੁਸੀਂ ਇਹ ਲੌਂਗ ਦੇ ਵਿੱਚ ਆਪਾਂ ਨੇ ਕਰਵਾਏ ਦਿੱਤੇ ਕੁਐਸਚਨ। ਜਸਟੀਫਾਈ ਟਾਈਟਲ, ਠੀਕ ਆ, ਔਚਮਲਵ ਤੇ ਹਰੀਕਿਊਨ। ਜਸਟ ਤੁਸੀਂ ਇੱਕ ਵਾਰ ਰੀਡ ਜ਼ਰੂਰ ਕਰਨੇ ਨੇ। ਅਗਲਾ ਹੈ ਆਪਣਾ ਚੈਪਟਰ ਪੋਲੀ। ਹਾਊ ਮੈਨੀ ਸਿਬਲਿੰਗਸ ਡਿਡ ਪੋਲੀ ਹੈਵ। ਤਾਂ ਪੋਲੀ ਦੇ ਕਿੰਨੇ ਸਿਬਲਿੰਗ ਸੀ। ਪੋਲੀ ਹੈਡ ਅ 6th ਸਿਬਲਿੰਗ, 3 ਬ੍ਰਦਰਸ 3 ਸਿਸਟਰਸ। 3 ਬ੍ਰਦਰ ਤੇ 3 ਸਿਸਟਰ। ਜੇ ਪੁੱਛੇ ਜਾਣ ਕਿ ਉਹਦੇ ਫਾਦਰ ਰਾਮ ਲਾਲ ਦੇ ਕਿੰਨੇ ਕਿੰਨੇ ਬੱਚੇ ਸੀ, ਤਾਂ ਆਊਗਾ 7 ਕੁਐਸਚਨ ਦਾ ਆਨਸਰ।
ਅੱਗੇ ਹੈ ਵਾਈ ਵਾਜ਼ ਸੁਲੇਖਾ ਕਾਲਡ ਭੋਲੀ, ਸੁਲੇਖਾ ਨੂੰ ਜਿਹੜੀ ਕਿ ਭੋਲੀ ਕਿਉਂ ਕਿਹਾ ਗਿਆ। ਵਨ ਪਾਰਟ ਆਫ ਹਰ ਬ੍ਰੇਨ ਵਾਜ਼ ਡੈਮੇਜ, ਕਿਉਂਕਿ ਉਸ ਦਾ ਜਿਹੜੇ ਦਿਮਾਗ ਦਾ ਇੱਕ ਹਿੱਸਾ ਸੀ ਉਹ ਸੱਟ ਲੱਗਣ ਦੇ ਮਤਲਬ ਕਿ ਸੱਟ ਲੱਗਣ ਦੇ ਕਰਕੇ ਜਿਹੜੀ ਕਿ ਉਹਦਾ ਦਿਮਾਗ ਡੈਮੇਜ ਹੋ ਗਿਆ ਸੀ। ਸ਼ੀ ਬਿਕਮ ਅ ਬੈਕਵਰਡ ਚਾਈਲਡ, ਤੇ ਉਹ ਇੱਕ ਪਿਛੜੀ ਹੋਈ ਬੱਚੀ ਬਣ ਗਈ ਸੀ। ਸੋ ਸ਼ੀ ਵਾਜ਼ ਕਾਲਡ ਭੋਲੀ ਦਾ ਸਿੰਪਲਟਨ, ਜਿਸ ਕਰਕੇ ਉਹਨੂੰ ਜਿਹੜੇ ਕਿ ਭੋਲੀ ਕਿਹਾ ਜਾਣ ਲੱਗਿਆ। ਸਿੰਪਲਟਨ ਭਾਵ ਕਿ ਜਿਵੇਂ ਆਪਾਂ ਬੋਲ ਦਿੰਦੇ ਹਾਂ ਬੁੱਧੂ ਜਿਵੇਂ ਕੁਛ ਵੀ। ਅੱਗੇ ਹੈ ਵਟ ਵਾਜ਼ ਦਾ ਇਫੈਕਟ ਆਫ ਸਮਾਲ ਪੌਕਸ ਔਨ ਭੋਲੀ, ਸਮਾਲ ਪੌਕਸ ਨੇ ਜਿਹੜੇ ਕਿ ਕੀ ਇਫੈਕਟ ਪਾਇਆ ਭੋਲੀ ਤੇ। ਹਰ ਬੋਡੀ ਵਾਜ਼ ਪਰਮਾਨੈਂਟਲੀ ਡਿਸਫਿਗਰ, ਉਹਦੀ ਜਿਹੜੀ ਬੋਡੀ ਸੀ ਉਹ ਸਥਾਈ ਤੌਰ ਤੇ ਬਦਸ਼ਕਲ ਹੋ ਗਈ। ਅੱਗੇ ਹੈ ਵਟ ਡਿਡ ਚਿਲਡਰਨ ਮੇਕ ਫਨ ਆਫ ਭੋਲੀ, ਬੱਚਿਆਂ ਨੇ ਜਿਹੜੇ ਕਿ ਕਿਵੇਂ ਮਜ਼ਾਕ ਉਡਾਉਂਦੇ ਸੀ ਭੋਲੀ ਦਾ, ਕਿਉਂ ਉਡਾਉਂਦੇ ਸੀ। ਦੇ ਮੇਡ ਫਨ ਆਫ ਹਰ ਬਿਕੋਜ਼ ਆਫ ਹਰ ਸਟੈਮਰਿੰਗ ਸ਼ੀ ਕੁਡ ਨਾਟ ਸਪੀਕ ਵੈਲ, ਕਿਉਂਕਿ ਉਹ ਹਕਲਾ ਕੇ ਬੋਲਦੀ ਸੀ, ਜੋ ਹਕਲਾ ਕੇ ਬੋਲਣ ਕਰਕੇ ਉਹਦਾ ਮਜ਼ਾਕ ਉਡਾਉਂਦੇ ਸੀ। ਇਹਦੇ ਵਿੱਚੋਂ ਇੰਪੋਰਟੈਂਟ ਫਸਟ, ਸੈਕਿੰਡ, ਥਰਡ ਵੀ, ਫੋਰਥ, ਫਿਫਥ ਮੋਸਟ ਇੰਪੋਰਟੈਂਟ ਨੇ। ਅੱਗੇ ਹੈ ਵਾਈ ਵਾਜ਼ ਰਾਮ ਲਾਲ ਵਰੀਡ ਅਬਾਊਟ ਭੋਲੀ, ਰਾਮ ਲਾਲ ਆਪਣੀ ਭੋਲੀ ਦੇ ਲਈ ਕਿਉਂ ਚਿੰਤਤ ਸੀ। ਬਿਕੋਜ਼ ਭੋਲੀ ਵਾਜ਼ ਨਾਈਦਰ ਗੁੱਡ ਲੁਕਿੰਗ ਨੌਰ ਇੰਟੈਲੀਜੈਂਟ, ਇਹ ਨੌਰ ਹੈ, ਨੌਰ ਇੰਟੈਲੀਜੈਂਟ। ਬਿਕੋਜ਼ ਭੋਲੀ ਵਾਜ਼ ਨਾਈਦਰ ਗੁੱਡ ਲੁਕਿੰਗ ਨੌਰ ਇੰਟੈਲੀਜੈਂਟ, ਕਿਉਂਕਿ ਭੋਲੀ ਨਾ ਤਾਂ ਜਿਹੜੀ ਕਿ ਉਹਦੀ ਸ਼ਕਲ ਸੋਹਣੀ ਸੀ ਤੇ ਨਾ ਹੀ ਉਹ ਜਿਹੜੀ ਕਿ ਉਹ ਹੁਸ਼ਿਆਰ ਸੀ। ਅੱਗੇ ਹੈ ਵਾਈ ਡਿਡ ਤਹਿਸੀਲਦਾਰ ਕੇਮ ਟੂ ਦਾ ਵਿਲੇਜ, ਤਹਿਸੀਲਦਾਰ ਪਿੰਡ 'ਚ ਕਿਉਂ ਆਇਆ ਸੀ। ਫੋਰ ਦਾ ਓਪਨਿੰਗ ਸੈਰੇਮਨੀ ਆਫ ਏ ਸਕੂਲ, ਪ੍ਰਾਇਮਰੀ ਸਕੂਲ ਸੀ ਉਹ, ਪ੍ਰਾਇਮਰੀ ਸਕੂਲ ਦੀ ਓਪਨਿੰਗ ਸੈਰੇਮਨੀ ਕਰਨ ਲਈ ਆਇਆ ਸੀ। ਇਹ ਵੀ ਇੰਪੋਰਟੈਂਟ ਆ, ਇਸ ਦੇ ਸਾਰੇ ਕੁਐਸਚਨ ਇੰਪੋਰਟੈਂਟ ਨੇ ਕਿਉਂਕਿ ਜਿਹੜੇ ਵੈਰੀ ਸ਼ਾਰਟ ਨਿਕਲਦੇ ਨੇ ਉਹ ਵੀ ਇਹਨਾਂ 'ਚੋਂ ਨਿਕਲਦੇ ਨੇ। ਅੱਗੇ ਹੈ ਵਾਈ ਡਿਡ ਤਹਿਸੀਲਦਾਰ ਵਾਂਟ ਰਾਮ ਲਾਲ ਟੂ ਸੈਂਡ ਹਿਜ਼ ਡਾਟਰਸ ਟੂ ਦਾ ਸਕੂਲ, ਜਿਹੜੇ ਕਿ ਤਹਿਸੀਲਦਾਰ ਕਿਉਂ ਚਾਹੁੰਦਾ ਸੀ ਕਿ ਰਾਮ ਲਾਲ ਆਪਣੀ ਲੜਕੀਆਂ ਨੂੰ ਜਿਹੜੀ ਕਿ ਸਕੂਲ ਭੇਜੇ। ਹੀ ਵਾਂਟਡ ਰਾਮ ਲਾਲ ਟੂ ਸੈਟ ਐਨ ਐਗਜ਼ਾਮਪਲ ਫੋਰ ਦਾ ਪੀਪਲ, ਕਿਉਂਕਿ ਉਹ ਚਾਹੁੰਦਾ ਸੀ ਕਿ ਰਾਮ ਲਾਲਾ ਲੋਕਾਂ ਦੇ ਸਾਹਮਣੇ ਇੱਕ ਉਦਾਹਰਣ ਜਿਹੜੀ ਕਿ ਸੈੱਟ ਕਰੇ। ਇੰਪੋਰਟੈਂਟ ਆ, ਟਿਕ ਲਗਾਏ ਹੋਏ ਨੇ। ਅਗਲਾ ਹੈ ਵਾਈ ਡਿਡ ਰਾਮ ਲਾਲ's ਵਾਈਫ ਐਗਰੀ ਟੂ ਸੈਂਡ ਭੋਲੀ ਬਟ ਨਾਟ ਅਦਰ ਡਾਟਰਸ ਟੂ ਸਕੂਲ, ਰਾਮ ਲਾਲ ਦੀ ਜਿਹੜੀ ਵਾਈਫ ਸੀ ਉਹ ਕਿਉਂ ਮੰਨ ਗਈ ਸੀ ਕਿ ਆਪਣੀ ਲੜਕੀ ਭੋਲੀ ਨੂੰ ਸਕੂਲ ਭੇਜਣ ਲਈ, ਜਦ ਕਿ ਦੂਜੀਆਂ ਕੁੜੀਆਂ ਨੂੰ ਨਹੀਂ। ਰਾਮ ਲਾਲ's ਵਾਈਫ ਐਗਰੀ ਟੂ ਸੈਂਡ ਭੋਲੀ ਟੂ ਸਕੂਲ ਬਿਕੋਜ਼ ਸ਼ੀ ਹੈਡ ਨੋ ਚਾਂਸ ਆਫ ਗੈਟਿੰਗ ਮੈਰਿਡ, ਕਿਉਂਕਿ ਉਹਨਾਂ ਨੂੰ ਸੋਚਦੀ ਸੀ ਕਿ ਉਹਦੀ ਮੈਰਿਜ ਦਾ ਕੋਈ ਚਾਂਸ ਨਹੀਂ ਹੈਗਾ। ਵਿਦ ਹਰ ਅਗਲੀ ਫੇਸ, ਉਹਦਾ ਜਿਹੜੇ ਕਿ ਫੇਸ ਸ਼ਕਲ ਬਦਸੂਰਤ ਹੋਣ ਕਰਕੇ, ਐਂਡ ਲੈਕ ਆਫ ਸੈਂਸ, ਤੇ ਉਹਨੂੰ ਜਿਹੜੀ ਸੈਂਸ ਆ ਉਹਨੂੰ ਵੀ ਜਿਹੜੀ ਕਿ ਕਮੀ ਸੀ, ਜਿਸ ਕਰਕੇ ਉਹ ਨਹੀਂ ਭੇਜਣਾ ਚਾਹੁੰਦੀ ਸੀ ਸਕੂਲ ਬਾਕੀ ਲੜਕੀਆਂ ਨੂੰ, ਜਦ ਕਿ ਭੋਲੀ ਨੂੰ ਭੇਜਣਾ ਚਾਹੁੰਦੀ ਸੀ, ਕਿਉਂਕਿ ਭੋਲੀ ਨੂੰ ਐਵੇਂ ਲੱਗਦਾ ਸੀ ਵੀ ਇਹ ਨਾ ਤਾਂ ਇਹਦੇ 'ਚ ਜਿਹੜੇ ਕਿ ਫੇਸ ਵਧੀਆ ਇਹਦਾ, ਤੇ ਨਾ ਹੀ ਜਿਹੜੇ ਕਿ ਇੰਟੈਲੀਜੈਂਟ, ਜਿਸ ਕਰਕੇ ਅਗਰ ਇਹ ਸਕੂਲ ਜਾਊਗੀ ਤਾਂ ਇਹਦੇ ਕੁਝ ਚਾਂਸ ਹੋਣਗੇ ਮੈਰਿਜ ਦੇ ਲਈ, ਬਟ ਦੂਜੀਆਂ ਲੜਕੀਆਂ ਦੇ ਨਹੀਂ। ਅਗਲਾ ਹੈ ਆਪਣਾ ਕੁਐਸਚਨ ਨੰਬਰ 8 ਇੰਪੋਰਟੈਂਟ ਹੈ, ਤੇ 9 ਵਾਈ ਵਾਜ਼ ਭੋਲੀ ਗਲੇਡ ਟੂ ਸੀ ਸੋ ਮੈਨੀ ਗਰਲਸ ਆਫ ਹਰ ਓਨ ਏਜ ਐਟ ਦਾ ਸਕੂਲ, ਭੋਲੀ ਜਿਹੜੇ ਕਿ ਆਪਣੀ ਹਮ ਉਮਰ ਦੀਆਂ ਲੜਕੀਆਂ ਨੂੰ ਦੇਖ ਕੇ ਕਿਉਂ ਖੁਸ਼ ਹੋ ਗਈ ਸੀ। ਗਲੇਡ ਹੋ ਗਿਆ ਖੁਸ਼। ਸ਼ੀ ਵਾਜ਼ ਗਲੇਡ ਬਿਕੋਜ਼ ਸ਼ੀ ਵਾਂਟਡ ਟੂ ਮੇਕ ਦੈਮ ਹਰ ਫਰੈਂਡਸ, ਕਿਉਂਕਿ ਉਹ ਉਹਨਾਂ ਨੂੰ ਆਪਣੀਆਂ ਜਿਹੜੇ ਕਿ ਸਹੇਲੀਆਂ ਬਣਾਉਣਾ ਚਾਹੁੰਦੀ ਸੀ। ਅਗਲਾ ਹੈ, ਇਹ ਵੀ ਕਰਨਾ ਤੁਸੀਂ, ਰੀਡ ਸਾਰੇ ਕੁਐਸਚਨ ਕਰਨੇ ਨੇ, ਬਟ ਜਿਹੜੇ ਆਪਾਂ ਟਿਕ ਲਗਾਏ ਨੇ ਉਹਨਾਂ ਨੂੰ ਐਨ ਧਿਆਨ ਦੇ ਨਾਲ ਕਰਨਾ। ਵਟ ਹੈਪਨਡ ਵੈਨ ਦਾ ਟੀਚਰ, ਰੀਡ ਸਾਰੇ ਪਤਾ ਗਏ ਕਿ ਬਾਈ ਚਾਂਸ ਐਵੇਂ ਕੁਐਸਚਨਸ ਆ ਜਾਏ ਤੁਸੀਂ ਕਰ ਪਾਓ। ਵਟ ਹੈਪਨਡ ਵੈਨ ਦਾ ਟੀਚਰ ਆਸਕਡ ਭੋਲੀ ਹਰ ਨੇਮ, ਤਾਂ ਕੀ ਵਾਪਰਿਆ ਜਦੋਂ ਭੋਲੀ ਦੇ ਟੀਚਰ ਨੇ ਉਹਨੂੰ ਆਪਣਾ ਨੇਮ ਦੱਸਣ ਲਈ ਕਿਹਾ, ਪੁੱਛਿਆ। ਭੋਲੀ ਕੁਡ ਨਾਟ ਸਪੀਕ ਵੈਲ, ਭੋਲੀ ਨਹੀਂ ਬੋਲ ਸਕੀ ਚੰਗੇ ਤਰੀਕੇ ਨਾਲ, ਠੀਕ ਹੈ। ਸ਼ੀ ਸਟੈਮਰਡ ਹਰ ਨੇਮ, ਬਹੁ ਬੋਲੀ, ਤੇ ਉਹ ਹਕਲਾ ਕੇ ਬੋਲਣ ਲੱਗੀ, ਠੀਕ ਹੈ। ਇਹ ਇੰਪੋਰਟੈਂਟ ਆ। ਨੰਬਰ 11 ਵੀ ਇੰਪੋਰਟੈਂਟ ਆ। ਵਾਈ ਡਿਡ ਭੋਲੀਜ਼ ਪੇਰੈਂਟਸ ਐਗਰੀ ਟੂ ਵਿਸ਼ੰਬਰਸ ਪ੍ਰਪੋਜ਼ਲ ਫੋਰ ਭੋਲੀ, ਜਿਹੜਾ ਕਿ ਭੋਲੀ ਦੇ ਵਿਆਹ ਦੇ ਲਈ ਪ੍ਰਸਤਾਵ ਰੱਖਿਆ ਸੀ ਜਿਹੜਾ ਉਹਦੇ ਵਿਸ਼ੰਬਰ ਨੇ, ਉਹਦੇ ਮਾਤਾ ਪਿਤਾ ਕਿਉਂ ਮੰਨ ਗਏ ਸੀ। ਦੇ ਐਗਰੀਡ ਟੂ ਦਾ ਪ੍ਰਪੋਜ਼ਲ fearing if they did not accept it she may remain unmarried all her life, ਕਿਉਂਕਿ ਸੋਚਦੇ ਸੀ ਵੀ ਜੇ ਉਹਨਾਂ ਨੇ ਇਸ ਨੂੰ ਐਕਸੈਪਟ ਨਾ ਕੀਤਾ ਤਾਂ ਉਹਨੂੰ ਜਿਹੜੇ ਕਿ ਸਾਰੀ ਜ਼ਿੰਦਗੀ ਅਨਮੈਰਿਡ ਰਹਿਣਾ ਪੈਣਾ। ਤਾਂ ਤੁਸੀਂ ਇਹ ਵੀ ਕਰ ਸਕਦੇ ਬਿਕੋਜ਼ ਦੇ ਥਿੰਕ, ਠੀਕ ਹੈ। ਇੱਥੋਂ ਵੀ ਕਰ ਸਕਦੇ ਬਿਕੋਜ਼ ਦੇ ਥਿੰਕ
ਇਫ ਦੇ ਡਿਡ ਨੋਟ ਐਕਸੈਪਟ ਇਟ ਵੀ ਕਿਉਂਕਿ ਉਹ ਸੋਚਦੇ ਸੀ ਵੀ ਜੇ ਉਹਨਾਂ ਨੇ ਇਹਨੂੰ ਨਾ ਮੰਨਿਆ ਐਕਸੈਪਟ ਕੀਤਾ ਸ਼ੀ ਮੇ ਰਿਮੇਨ ਅਨਮੈਰਿਡ ਆਲ ਹਰ ਲਾਈਫ, ਤੇ ਉਹਨੂੰ ਆਪਣੀ ਸਾਰੀ ਜ਼ਿੰਦਗੀ ਜਿਹੜੀ ਕਿ ਬਿਨਾਂ ਵਿਆਹ ਦੇ ਰਹਿਣਾ ਪੈਣਾ। ਅਗਲਾ ਹੈ ਨੰਬਰ 12, ਹਾਊ ਡਿਡ ਵਿਸ਼ੰਬਰ ਕੇਮ ਟੂ ਯੂਜ਼ਡ ਕੇਮ ਟੂ ਵੈਡ ਭੋਲੀ, ਵੈਡ ਵੀ ਉਹਨੂੰ ਕਿਵੇਂ ਵਿਆਹੁਣ ਦੇ ਲਈ ਆਇਆ ਸੀ, ਸ਼ਾਦੀ ਕਰਨ ਲਈ। ਇਹ ਵੀ ਰੀਡ ਕਰਨਾ। ਵਿਸ਼ੰਬਰ ਕੇਮ ਵਿਦ ਅ ਬਿਗ ਪਾਰਟੀ ਆਫ ਫਰੈਂਡਸ ਐਂਡ ਰਾਈਡਿੰਗ ਔਨ ਅ ਹਾਰਸ ਲੈਡ ਬਾਈ ਏ ਬਰਾਸ ਬੈਂਡ। ਤਾਂ ਉਹ ਕੀ ਸੀ ਕਿ ਭੋਲੀ ਦੇ ਵਿਆਹ ਕਰਨ ਦੇ ਲਈ ਉਹ ਆਪਣੇ ਦੋਸਤਾਂ ਦੇ ਨਾਲ ਆਇਆ ਸੀ ਤੇ ਰਿਸ਼ਤੇਦਾਰਾਂ ਦੀ ਵੱਡੀ ਪਾਰਟੀ ਲੈ ਕੇ ਆਇਆ ਸੀ, ਤੇ ਜਿਹੜਾ ਕਿ ਬਰਾਸ ਬੈਂਡ ਸੀ ਉਹ ਲੈ ਕੇ ਆਇਆ ਸੀ ਤੇ ਘੋੜੀ ਤੇ ਰਾਈਡ ਕਰਕੇ ਆਇਆ ਸੀ। ਰੀਡ ਕਰਨੇ ਨੂੰ ਵੀ। ਅਗਲਾ ਹੈ ਨੰਬਰ 13, ਵਾਈ ਡਿਡ ਵਿਸ਼ੰਬਰ, ਇਹ ਵੀ ਇੰਪੋਰਟੈਂਟ ਆ। 14 ਵੀ ਇੰਪੋਰਟੈਂਟ ਆ, ਇਹ ਦੋਨੋਂ ਮੋਸਟ ਇੰਪੋਰਟੈਂਟ ਨੇ। ਵਾਈ ਡਿਡ ਵਿਸ਼ੰਬਰ ਡਿਮਾਂਡ 5000 ਰੁਪੀਜ਼ ਐਜ਼ ਅ ਡੋਰੀ, ਵਿਸ਼ੰਬਰ ਨੇ ਜਿਹੜੇ ਕਿ 5000 ਰੁਪਏ ਕਿਉਂ ਮੰਗੇ ਸੀ ਦਾਜ ਦੇ ਤੌਰ ਤੇ। ਬਿਕੋਜ਼ ਭੋਲੀ ਵਾਜ਼ ਨਾਈਦਰ ਗੁੱਡ ਲੁਕਿੰਗ ਨੋਰ ਇੰਟੈਲੀਜੈਂਟ, ਕਿਉਂਕਿ ਭੋਲੀ ਨਾ ਤਾਂ ਸੁੰਦਰ ਸੀ ਤੇ ਨਾ ਹੀ ਇੰਟੈਲੀਜੈਂਟ ਸੀ। ਸੋ ਵਿਸ਼ੰਬਰ ਡਿਮਾਂਡਡ 5000 ਰੁਪੀਜ਼ ਐਜ਼ ਅ ਡੋਰੀ, ਜਿਸ ਕਰਕੇ ਉਹਨੇ ਜਿਹੜੇ ਕਿ 5000 ਰੁਪਏ ਮੰਗੇ ਸੀ ਦਾਜ ਦੇ ਤੌਰ ਤੇ। ਇਹ 'ਚ ਵੀ ਤੁਸੀਂ ਇਹ ਵੀ ਕਰ ਸਕਦੇ ਹੋ, ਭੋਲੀ ਹੈਡ ਆ ਪੋਕ ਮਾਰਕਸ ਔਨ ਹਰ ਫੇਸ, ਕਿ ਉਹਦੇ ਪੋਕ ਮਾਰਕਸ ਸੀ, ਠੀਕ ਹੈ, ਚਿਚਕ ਦੇ ਨਿਸ਼ਾਨ ਸੀ। ਅੱਗੇ ਵਾਈ ਡਿਡ ਭੋਲੀ ਰਿਫਿਊਜ਼ ਟੂ ਮੈਰੀ ਵਿਸ਼ੰਬਰ, ਭੋਲੀ ਨੇ ਕਿਉਂ ਮਨਾ ਕਰਤਾ ਸੀ। ਤਾਂ ਭੋਲੀ ਰਿਫਿਊਜ਼ ਟੂ ਮੈਰੀ ਵਿਸ਼ੰਬਰ ਬਿਕੋਜ਼ ਸ਼ੀ ਡਿਡ ਨੋਟ ਵਾਂਟ ਅ ਮੀਨ ਗ੍ਰੀਡੀ ਐਂਡ ਕੋਡ ਪਰਸਨ ਐਜ਼ ਹਰ ਹਸਬੈਂਡ। ਜਾਂ ਤਾਂ ਇਹ ਲਾਈਨ ਕਰ ਸਕਦੇ ਹੋ ਤੁਸੀਂ, ਜਾਂ ਆਹ ਵਾਲੀ, ਬਿਕੋਜ਼ ਹੀ ਵਾਜ਼ ਅ ਗ੍ਰੀਡੀ, ਕਿਉਂਕਿ ਜਿਹੜਾ ਕਿ ਵਿਸ਼ੰਬਰ ਸੀ ਉਹ ਗ੍ਰੀਡੀ ਸੀ। ਬਿਕੋਜ਼ ਹੀ ਵਾਜ਼ ਅ ਗ੍ਰੀਡੀ ਮੀਨ ਐਂਡ ਹੇਟਫੁਲ, ਠੀਕ ਹੈ, ਬਿਕੋਜ਼ ਹੀ ਵਾਜ਼ ਏ ਗ੍ਰੀਡੀ ਹੇਟਫੁਲ ਐਂਡ ਮੀਨ ਪਰਸਨ, ਕਿਉਂਕਿ ਵਿਸ਼ੰਬਰ ਸੀ ਗ੍ਰੀਡੀ ਸੀ, ਹੇਟਫੁਲ ਸੀ, ਨਫ਼ਰਤ ਦਾ ਪਾਤਰ ਸੀ, ਤੇ ਮੀਨ ਸੀ, ਕਮੀਨਾ ਸੀ। ਤੇ ਤੁਸੀਂ ਇਹਦੇ ਵਿੱਚ ਕੋਡ ਵੀ ਕਰ ਸਕਦੇ ਹੋ, ਠੀਕ ਹੈ, ਤੇ ਕਾਇਰ ਸੀ। ਇਹਨਾਂ ਸਾਰੇ ਹੋਣ ਕਰਕੇ ਜਿਹੜੇ ਕਿ ਭੋਲੀ ਨੇ ਵਿਆਹ ਲਈ ਮਨਾ ਕਰਤਾ ਸੀ। ਇਹ ਲਾਈਨ ਜ਼ਿਆਦਾ ਸੌਖੀ ਹੈ ਤੇ ਮੋਸਟ ਇੰਪੋਰਟੈਂਟ ਕੁਐਸਚਨ ਹੈ। ਬਿਕੋਜ਼ ਹੀ ਵਾਜ਼ ਅ ਗ੍ਰੀਡੀ ਹੇਟਫੁਲ ਕੋਡ ਐਂਡ ਮੀਨ ਪਰਸਨ। ਤੇ ਵਿਸ਼ੰਬਰ ਕੌਣ ਸੀ, ਵਿਸ਼ੰਬਰ ਬਾਰੇ ਤੁਸੀਂ ਜਸਟ ਰੀਡ ਕਰਨਾ ਇੱਕ ਵਾਰ। ਵਿਸ਼ੰਬਰ ਨਾਥ ਵਾਜ਼ ਅ ਮਿਡਲ ਏਜਡ ਵਿਡਰ ਸੀ, ਵਿਧਵਾ ਸੀ ਇਹ, ਠੀਕ ਹੈ। ਹੀ ਹੈਡ ਸਮ ਚਿਲਡਰਨ ਫਰੋਮ ਹੀਜ਼ ਫਸਟ ਵਾਈਫ, ਉਹਦੀ ਫਸਟ ਵਾਈਫ ਤੋਂ ਉਹਦੇ ਬੱਚੇ ਵੀ ਸੀ। ਹੀ ਵੋਕਡ ਵਿਦ ਅ ਲਿੰਪ ਜਾਂ ਵੋਕਡ ਵਿਦ ਅ ਡਿਫੀਕਲਟ, ਠੀਕ ਹੈ। ਹੀ ਵਾਂਟਡ ਟੂ ਮੈਰੀ ਰਾਮ ਲਾਲ ਡਾਟਰਸ, ਭੋਲੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਹੀ ਵਾਜ਼ ਏ ਗ੍ਰੀਡੀ, ਜਿਹੜੇ ਆਪਾਂ ਨੂੰ ਉੱਪਰ ਲਿਖੇ ਨੇ ਉਹ ਸ਼ਬਦ ਵੀ ਤੁਸੀਂ ਯੂਜ਼ ਕਰ ਸਕਦੇ, ਹੇਟਫੁਲ, ਮੀਨ, ਠੀਕ ਹੈ। ਹਾਂ, ਇਸ ਤੋਂ ਇਲਾਵਾ ਉਹ ਕੀ ਸੀ, ਗਰੋਸਰ ਸੀ। ਇਹ ਯਾਦ ਰੱਖਣਾ ਕਿ ਉਹ ਕੀ ਸੀ, ਗਰੋਸਰ ਸੀ, ਉਹਦੀ ਜਿਹੜੀ ਗਰੋਸਰੀ ਦੀ ਸ਼ੌਪ ਸੀ। ਬਾਕੀ ਤੁਸੀਂ ਜਿਹੜੇ ਕਿ ਜਿਹੜੇ ਵੀ ਆਪਾਂ ਕੁਐਸਚਨਾਂ ਦੇ ਵਿੱਚੋਂ ਆਏ ਨੇ ਉਹ ਇਹਦੇ ਵਿੱਚ ਐਡ ਅਪ ਹੋ ਜਾਂਦੇ ਨੇ। ਨੈਕਸਟ ਚੈਪਟਰ ਦੇਖਦੇ ਆਪਾਂ। ਤੇ ਲੌਂਗ ਕੁਐਸਚਨਾਂ 'ਚ ਭੋਲੀ ਦਾ ਕਰੈਕਟਰ ਸਕੈਚ, ਭੋਲੀ ਦੀ ਚਾਈਲਡਹੁੱਡ। ਅਗਰ ਕੁਐਸਚਨ ਐਵੇਂ ਪੁੱਛਿਆ ਜਾਵੇ ਕਿ ਭੋਲੀ ਦੀ ਚਾਈਲਡਹੁੱਡ ਜਾਂ ਭੋਲੀ ਦਾ ਕਰੈਕਟਰ ਸਕੈਚ, ਤਾਂ ਇੱਕੋ ਗੱਲ ਹੈ, ਠੀਕ ਹੈ। ਭੋਲੀ ਦੀ ਚਾਈਲਡਹੁੱਡ ਤੇ ਭੋਲੀ ਦਾ ਕਰੈਕਟਰ ਸਕੈਚ ਇੱਕੋ ਹੀ ਹੈ, ਇਹ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਤੇ ਭੋਲੀ ਦੇ ਟੀਚਰ ਬਾਰੇ ਵੀ ਤੁਸੀਂ ਜਸਟ ਰੀਡ ਜ਼ਰੂਰ ਕਰਨਾ, ਭੋਲੀ ਦੇ ਟੀਚਰ ਬਾਰੇ। ਨੈਕਸਟ ਆਪਣਾ ਚੈਪਟਰ ਹੈਗਾ 4th ਚੈਪਟਰ, ਦਾ ਗੋਲਡ ਫਰੇਮ। ਦਾ ਗੋਲਡ ਫਰੇਮ ਆਰ ਕੇ ਲਕਸ਼ਮਣ ਦਾ ਲਿਖਿਆ ਹੋਇਆ। ਤਾਂ ਇਸ ਦਾ ਫਸਟ ਕੁਐਸਚਨ ਹੈ, ਵੇਅਰ ਵਾਜ਼ ਦਾ ਮਾਡਰਨ ਫਰੇਮਵਰਕਸ ਸਿਚੁਏਟਡ, ਜਿਹੜੀ ਉਹਦੇ ਦੁਕਾਨ ਸੀ ਦਾ ਮਾਡਰਨ ਫਰੇਮਵਰਕਸ, ਉਹ ਕਿੱਥੇ ਸਿਚੁਏਟਡ ਸੀ। ਇਟ ਵਾਜ਼ ਸਿਚੁਏਟਡ ਬਿਟਵੀਨ ਅ ਮੈਡੀਕਲ ਸਟੋਰ ਐਂਡ ਰੇਡੀਓ ਰਿਪੇਅਰ ਸ਼ਾਪ। ਤਾਂ ਇਹ ਕਿੱਥੇ ਸਥਿਤ ਸੀ, ਰੇਡੀਓ ਜਿਹੜੇ ਕਿ ਮੁਰੰਮਤ ਵਾਲੇ ਤੇ ਮੈਡੀਕਲ ਸਟੋਰ ਦੇ ਵਿਚਕਾਰ, ਠੀਕ ਹੈ, ਉਹਨਾਂ ਦੇ ਵਿਚਕਾਰ ਸਥਿਤ ਸੀ, ਬਿਟਵੀਨ। who was the owner of the modern frameworks, ਕੌਣ ਸੀ owner, ਦੱਤਾ was the owner। what were the walls of this shop covered with, ਤਾਂ ਕਿਹਦੇ ਨਾਲ ਢੱਕੀਆਂ ਹੋਈਆਂ ਸੀ। the wall of the shop were covered with pictures of gods, hockey players, children, leaders, national leaders, wedding couples, cheap prints of Mona Lisa, etc। ਇਹਨਾਂ ਨਾਲ ਜਿਹੜੇ ਕਿ ਸਾਰੇ ਉਹ ਦੁਕਾਨ ਦੀਆਂ ਕੰਧ ਢੱਕੀਆਂ ਹੋਈਆਂ ਸੀ। What did the customer want, ਕਸਟਮਰ ਕੀ ਚਾਹੁੰਦਾ ਸੀ। The customer wanted a photograph of his grandfather to be framed,
ਜਿਹੜੇ ਕਿ ਕਸਟਮਰ ਆ ਗਾਹਕ ਆ ਉਹ ਆਪਣੇ ਦਾਦਾ ਦੀ ਜਿਹੜੀ ਫੋਟੋ ਤੇ ਫਰੇਮ ਲਗਵਾਉਣਾ ਚਾਹੁੰਦਾ ਸੀ। ਇਸ ਦੇ ਵਿੱਚੋਂ ਇਹ ਚਾਰੋਂ ਹੀ ਕੁਐਸਚਨ ਇੰਪੋਰਟੈਂਟ ਨੇ, ਮੋਸਟ ਇੰਪੋਰਟੈਂਟ ਨੇ, ਚਾਰੋਂ ਹੀ ਕੁਐਸਚਨ ਮੋਸਟ ਇੰਪੋਰਟੈਂਟ। ਫਸਟ, ਸੈਕਿੰਡ, ਥਰਡ, ਫੋਰਥ ਮੋਸਟ ਇੰਪੋਰਟੈਂਟ। ठीक है, टिक लगी हुई है, तुसीं देख सकते हो, मैं तुहानूं बार बार दस रही जिहड़े टिक लगे उन्हें मोस्ट इंपॉर्टेंट ने। अगे है वट टाइप्स ऑफ फ्रेम्स डिड दत्ता शो टू द कस्टमर्स। दत्ता ने जिहड़े कि कस्टमर नूं किहड़े-किहड़े फ्रेम दिखाए। दत्ता शोड अ नंबर ऑफ प्लेन डेकोरेटेड थिंक एंड फ्लोरल फ्रेम्स। दत्ता ने उन्हां नूं जिहड़े कि प्लेन फ्रेम दिखाए ते डेकोरेटेड जिहड़े कि डेकोरेटिव सजावट वाले दिखाए, फ्लोरल दिखाए, ठीक है, फुल्लां वाले दिखाए, फ्लोरल हो गए, फुल्लां वाले फ्रेम दिखाए ते पतले दिखाए। अगे है जियोमैट्रिकल भी तुसीं लिख सकते हो, जियोमैट्रिकल भी दिखाए सी उन्हें। अगे है वट डिड दत्ता डू टू हैल्प द कस्टमर्स टू मेक हिज चॉइस। दत्ता ने गाहक नूं अपना जिहड़ी चॉइस करन दे विच किवें मदद कीती। दत्ता हैल्प द कस्टमर टू सिलेक्ट वन फ्रेम विद गोल्ड लीव्स एंड वाइंडिंग क्रीपर्स इंपोर्टेड फ्रॉम जर्मनी। दत्ता ने जिहड़ी कि एक फ्रेम की जिहड़ी कि उन्होंने सिफारिश की, रिकमेंड किया भी जिहड़े कि उहदे बहुत संख्या दे विच सोने दे पत्ते सी ते उहदी जिहड़ी कि लिप्टन सी ओह वेलां लगियां, वेलां वाली सी, क्रीपर्स लगे हुए सी ते ओह जर्मनी तो मंगवाया गया सी। ये भी तुसीं करना क्योंकि कई बार ये आ जांदे कि फोटो फ्रेम कित्थों इंपोर्ट किया गया सी, जर्मनी तो, शॉर्ट दे लई, वैरी शॉर्ट दे लई। नैक्सट 7 वेरी इंपॉर्टेंट, वट प्राइस डिड दत्ता क्विट फॉर द फ्रेम सिलेक्टेड बाय हिज कस्टमर। वो अपने गाहक के द्वारा जोड़ा कि फ्रेम चुनिया गया उसकी किन्नी कीमत सी। द प्राइस वॉज ₹17, 17 रुपीज़, 17। नंबर 8, वट वॉज दत्ताज एक्सपीरियंस अबाउट हिज कस्टमर। कस्टमर बारे की एक्सपीरियंस थी, 8 भी इंपॉर्टेंट आ। द एक्सपीरियंस वैसे ये सारे इंपॉर्टेंट ने बिकॉज क्योंकि ਜਿਹੜੇ लॉन्ग क्वेश्चन ने शॉर्ट चों निकलते हैं तो लॉन्ग चों शॉर्ट निकलते हैं। ਤਾਂ ਹੀਜ਼ ਐਕਸਪੀਰੀਅੰਸ ਵਾਸ ਡੈਟ ਹੀਜ਼ ਕਸਟਮਰ ਨੈਵਰ ਪੰਕਚੁਅਲੀ ਟੂ ਕਲੈਕਟ देयर ਫੋਟੋ ਫਰੇਮਸ। ਕਿਉਂਕਿ ਉਹਨੂੰ ਇਹ ਪਤਾ ਸੀ ਕਿ ਉਹਦੇ ਜਿਹੜੇ ਗਾਹਕ ਨੇ ਉਹ ਕਦੇ ਵੀ ਸਮੇਂ ਦੇ ਨਹੀਂ ਆਉਂਦੇ, ਸਮੇਂ ਦੇ ਪਾਬੰਦ ਨਹੀਂ ਹੈਗੇ ਫੋਟੋ ਫਰੇਮ ਦੇ ਲਈ। ਸਮ ਕੇਮ ਮੈਨੀ ਡੇਜ਼ ਇਨ ਐਡਵਾਂਸ, ਕਈ ਬਹੁਤ ਐਡਵਾਂਸ 'ਚ ਆ ਜਾਂਦੇ ਨੇ। ਅਦਰ ਕੇਮ ਮੰਥ ਲੇਟਰ, ਕਈ ਮਹੀਨੇ ਬਾਅਦ ਆਉਂਦੇ ਨੇ। ਅਦਰ ਡਿਡ ਨਾਟ ਕਮ ਐਟ ਆਲ, ਤੇ ਕਈ ਆਉਂਦੇ ਨਹੀਂ ਹੈਗੇ। ਤੁਸੀਂ ਇੱਥੋਂ ਤੱਕ ਵੀ ਕਰ ਸਕਦੇ ਹੋ, ਜੇ ਸਾਰਾ ਹੁੰਦਾ ਤਾਂ ਬਹੁਤ ਵਧੀਆ ਗੱਲ ਆ। ठीक है, उस तो बाद अपना अगला है क्वेश्चन, फॉर होम डिड दत्ता मेक फ्रेम। दत्ता किन्हां दे लई फ्रेम बनाउंदा सी? तां दत्ता मेड फ्रेम्स फॉर दोज हू वांटेड टू पे होमेज, होमेज हो गया रिस्पैक्ट टू देयर डियर वनस। ਜਿਹੜੇ कि अपने चाहण वालिਆਂ ਨੂੰ ਸ਼ਰਧਾਂਜਲੀ ਦਿੰਦੇ ਸੀ, ਉਹਨਾਂ ਦੇ ਲਈ ਜਿਹੜੇ कि दत्ता फ्रेम बनाउंदा सी। ਅੱਗੇ ਹਾਊ ਡਿਡ ਫੋਟੋਗ੍ਰਾਫ ਗੈਟ ਡੈਮੇਜ। ਫੋਟੋ ਕਿਵੇਂ ਖਰਾਬ ਹੋ ਗਈ? ਅ ਟੀਨ ਆਫ ਵਾਈਟ ਪੇਂਟ ਵਾਸ ਫਾਲਨ ਔਨ ਇਟ। ਵਾਈਟ ਪੇਂਟ ਹੈ ਜਿਹੜੇ ਕਿ ਡਿੱਗਿਆ ਸੀ। ਐਂਡ ਲੇਟਰ ਐਫਰਟਸ ਟੂ ਕਲੀਨ ਵਿਦ ਕਲੋਥ ਵੀ ਕਰ ਸਕਦੇ ਹੋ, ਟੂ ਕਲੀਨ ਵਿਦ ਕਲੋਥ, ਕੱਪੜੇ ਨਾਲ ਸਾਫ਼ ਕਰਨ ਲੱਗਿਆ ਸੀ ਤਾਂ ਉਹ ਜਿਹੜੇ ਕਿ ਖਰਾਬ ਹੋ ਗਿਆ ਸੀ। ਕਲੋਥ ਕਲੀਨ ਦਾ ਪੇਂਟ, ਡੈਮੇਜ ਦਾ ਫੋਟੋਗ੍ਰਾਫ ਉਹਦੇ ਨਾਲ ਖਰਾਬ ਹੋ ਗਈ ਸੀ। ਕਿਉਂਕਿ ਜਿਵੇਂ ਕੁਛ ਵੀ ਪੇਂਟ ਡਿੱਗ ਜਾਂਦਾ, ਅਗਰ ਆਪਾਂ ਉਹਨੂੰ ਕੱਪੜੇ ਨਾਲ ਐਵੇਂ ਕਰਨ ਲੱਗ ਜਾਵਾਂਗੇ, ਰਬ ਕਰਨ ਲੱਗ ਜਾਵਾਂਗੇ ਤਾਂ ਉਹ ਖਰਾਬ ਹੋ ਜੂਗੀ। ਦੋਨੋਂ ਹੀ ਇੰਪੋਰਟੈਂਟ ਨੇ, ਇਹ ਮੋਸਟ ਇੰਪੋਰਟੈਂਟ। ਅੱਗੇ ਹੈ ਹਾਊ ਡਿਡ ਦੱਤਾ ਟਰਾਈ ਟੂ ਰੈਸਕਿਊ ਦਾ ਪਿਕਚਰ। ਦੱਤਾ ਨੇ ਕੀ ਕੋਸ਼ਿਸ਼ ਕੀਤੀ ਫੋਟੋ ਨੂੰ ਬਚਾਉਣ ਦੇ ਲਈ, ਰੈਸਕਿਊ ਕਰਨ ਦੇ ਲਈ। ਹੀ ਟਰਾਈ ਟੂ ਰਬ ਆਫ ਦਾ ਪੇਂਟ ਫਰੋਮ ਦਾ ਪਿਕਚਰ ਵਿਦ ਅ ਪੀਸ ਆਫ ਕਲੋਥ। ਤਾਂ ਉਹਨੇ ਦੱਤਾ ਨੇ ਕੋਸ਼ਿਸ਼ ਕੀਤੀ ਕਿ ਉਹ ਤੋਂ ਫੋਟੋ ਤੋਂ ਜਿਹੜੇ ਕਿ ਪੇਂਟ ਹਟਾਉਣ ਦੇ ਲਈ ਕੱਪੜੇ ਦੇ ਨਾਲ। ਐਂਡ ਮੇਡ ਅ ਮੈਸ ਆਫ ਇਟ, ਤੇ ਇਹਦੇ ਨਾਲ ਜਿਹੜੀ ਕਿ ਉਹ ਹੋਰ ਖਰਾਬ ਹੋ ਗਈ। 11 ਨੰਬਰ ਵੀ ਇੰਪੋਰਟੈਂਟ ਆ ਮੋਸਟ, 12 ਵੀ ਮੋਸਟ ਇੰਪੋਰਟੈਂਟ ਹੈ। ਤੇ ਉਸ ਤੋਂ ਬਾਅਦ ਇਹਦੇ ਵਿੱਚੋਂ 15 ਨੰਬਰ ਮੋਸਟ ਇੰਪੋਰਟੈਂਟ ਆ। ਅੱਗੇ ਹੈ ਵਟ ਡਿਡ ਸੋਲਿਊਸ਼ਨ ਡਿਡ ਦੱਤਾ ਫਾਈਨਲੀ ਕਮ ਅਪ ਵਿਦ। ਫਾਈਨਲੀ ਜਿਹੜੇ ਕਿ ਕੀ ਸੋਲਿਊਸ਼ਨ ਆਇਆ ਦੱਤਾ ਦੇ ਕੋਲ? ਦੱਤਾ ਚੇਂਜ ਦਾ ਪਿਕਚਰ ਆਫ ਗ੍ਰੈਂਡ ਫਾਦਰ ਆਫ ਦਾ ਕਸਟਮਰ ਵਿਦ ਅਨਦਰ ਸਿਮਿਲਰ ਵਨ। ਦੱਤਾ ਨੇ ਕਿਸੇ ਹੋਰ ਦੇ ਨਾਲ ਉਹਦੀ ਸੇਮ ਮਿਲਦੀ ਜੁਲਦੀ ਜਿਹੜੀ ਫਰੇਮ ਸੀ, ਉਹ ਫੋਟੋ ਸੀ, ਉਹਨਾਂ ਨਾਲ ਜਿਹੜੀ ਕਿ ਉਹਨੇ ਚੇਂਜ ਕਰਤੀ ਸੀ। ਠੀਕ ਹੈ, ਉਹਨੇ ਕਿਸੇ ਹੋਰ ਦੇ ਨਾਲ ਜਿਹੜੀ ਕਿ ਬਿਲਕੁਲ ਚੇਂਜ ਕਰਤੀ ਸੀ, ਮੋਸਟ ਇੰਪੋਰਟੈਂਟ ਆ। ਅੱਗੇ ਹੈ ਨੰਬਰ 13 ਵਾਈ ਵਰ ਦਾ ਡੇਜ਼ ਡੈਟ ਫੋਲੋਡ ਵਰ ਫਿਲਡ ਵਿਦ ਸਸਪੈਂਸ ਐਂਡ ਐਨੈਕਸਟੀ। ਬਾਅਦ ਵਾਲੇ ਦਿਨਾਂ ਦੇ ਵਿੱਚ ਦੁਬਿਧਾ ਅਤੇ ਚਿੰਤਾ ਕਿਉਂ ਭਰੇ ਹੋਏ ਸਨ?
ਦੱਤਾ feared that customer would angry with him as he could catch his risk, ਕਿਉਂਕਿ ਉਹ ਸੋਚਦਾ ਸੀ ਵੀ ਜੇ ਜਿਹੜੇ ਕਿ ਉਹ ਫੜਿਆ ਗਿਆ ਵੀ ਕਸਟਮਰ ਨੂੰ ਜਿਹੜੇ ਫੋਟੋ ਨੂੰ ਪਹਿਚਾਣ ਲਏ ਵੀ ਉਹਦੇ ਦਾਦਾ ਜੀ ਦੀ ਨਹੀਂ ਹੈ, ਤਾਂ ਉਹ ਇਹਨਾਂ ਚੀਜ਼ਾਂ ਨੂੰ ਸੋਚ ਕੇ ਜਿਹੜੇ ਕਿ ਡਰਿਆ ਹੋਇਆ ਸੀ। ਅੱਗੇ ਹੈ 14 ਨੰਬਰ ਤੇ what effect did the picture have on the customer, ਜਿਹੜੇ ਕਿ ਫੋਟੋ ਦਾ ਗਾਹਕ ਤੇ ਕੀ ਅਸਰ ਹੋਇਆ। ਦਾ ਕਸਟਮਰ ਵਾਜ਼ ਸਟਨਡ ਹੋ ਗਿਆ, ਸਰਪ੍ਰਾਈਜ਼ ਜਾਂ ਅਮੇਜ਼ਡ, ਤੁਸੀਂ ਇਹਨੂੰ ਸਰਪ੍ਰਾਈਜ਼ ਵੀ ਕਰ ਸਕਦੇ ਹੋ। ਦਾ ਕਸਟਮਰ ਵਾਜ਼ ਸਰਪ੍ਰਾਈਜ਼ ਟੂ ਸੀ ਦਾ ਫਰੇਮ ਨੂੰ ਦੇਖ ਕੇ ਉਹ ਸਰਪ੍ਰਾਈਜ਼ ਹੋ ਗਿਆ। ਐਂਡ ਫੈਲ ਸਾਇਲੈਂਟ ਲਾਈਕ ਅ ਪਰਸਨ ਹੂ ਹੈਡ ਐਂਟਰਡ ਦਾ ਇੰਟੀਰੀਅਰ ਪਾਰਟ ਆਫ ਅ ਟੈਂਪਲ, ਕਹਿੰਦਾ ਉਹ ਬਿਲਕੁਲ ਉਵੇਂ ਸੁੰਨ ਹੋ ਗਿਆ, ਐਵੇਂ ਬਿਲਕੁਲ ਚੁੱਪ ਹੋ ਗਿਆ ਜਿਵੇਂ ਕੋਈ ਮੰਦਿਰ ਦੇ ਵਿੱਚ ਵਿਅਕਤੀ ਅੰਦਰ ਜਾ ਕੇ ਜਿਹੜੇ ਕਿ ਬਿਲਕੁਲ ਸ਼ਾਂਤ ਹੋ ਜਾਂਦਾ, ਉਵੇਂ ਜਿਹੜੇ ਕਿ ਉਹ ਫਰੇਮ ਨੂੰ ਦੇਖ ਕੇ ਬਿਲਕੁਲ ਸ਼ਾਂਤ ਹੋ ਗਿਆ। ਅਸਲ ਦੇ ਵਿੱਚ ਉਹ ਪਹਿਚਾਣ ਹੀ ਨਹੀਂ ਪਾਇਆ ਸੀ। ਅਗਲਾ ਹੈ ਵਟ ਵਾਜ਼ ਦਾ ਕਸਟਮਰਸ ਕੰਪਲੇਂਟ ਰਿਗਾਰਡਿੰਗ ਦਾ ਫਰੇਮ, ਗਾਹਕ ਨੂੰ ਜਿਹੜੇ ਫਰੇਮ ਦੇ ਬਾਰੇ ਕੀ ਸ਼ਿਕਾਇਤ ਸੀ। ਹੀ ਟੋਲਡ ਡੈਟ ਦੱਤਾ ਹੈਡ ਗਿਵਨ ਹਿਮ ਅ ਸਕੁਅਰ ਫਰੇਮ ਐਂਡ ਸੀਟਡ ਆਫ ਓਵਲ ਸ਼ੇਪ ਗੋਲਡ ਫਰੇਮ, ਤਾਂ ਉਹਨੂੰ ਗਾਹਕ ਨੂੰ ਸਿਰਫ ਇੰਨੀ ਕੁ ਸ਼ਿਕਾਇਤ ਸੀ ਕਿ ਉਹਨੇ ਜਿਹੜੇ ਕਿ ਫਰੇਮ ਚੜਾਉਣ ਦੇ ਲਈ ਦਿੱਤਾ ਸੀ ਉਹ ਵਰਗਾਕਾਰ ਕਿਹਾ ਸੀ, ਬਟ ਜਿਹੜੇ ਕਿ ਮੀਨਸ ਜਿਹੜੇ ਕਿ ਉਹਨੇ ਕਿਹਾ ਸੀ ਕਿ ਫਰੇਮ ਵਰਗਾਕਾਰ ਨਹੀਂ ਬਲਕਿ ਓਵਲ ਸ਼ੇਪ ਦੇ ਵਿੱਚ ਚੜਾਉਣਾ, ਬਟ ਜਿਹੜਾ ਦੱਤਾ ਨੇ ਉਹ ਵਰਗਾਕਾਰ ਬਣਾ ਕੇ ਦਿੱਤਾ ਸੀ, ਸਕੁਅਰ ਬਣਾ ਕੇ ਦਿੱਤਾ ਸੀ। ਇਹੀ ਉਹਨੂੰ ਸਿਰਫ ਸ਼ਿਕਾਇਤ ਸੀ ਕਿ ਉਹਨੇ ਜਿਹੜੇ ਕਿ ਸਕੁਅਰ ਦੀ ਡਿਮਾਂਡ ਨਹੀਂ ਕੀਤੀ ਸੀ, ਉਹਨੇ ਓਵਲ ਸ਼ੇਪ ਦੀ ਜਿਹੜੀ ਕਿ ਡਿਮਾਂਡ ਕੀਤੀ ਸੀ, ਇਹੀ ਸਿਰਫ ਸ਼ਿਕਾਇਤ ਸੀ, ਬਾਕੀ ਨਹੀਂ। ਅੱਗੇ ਨੰਬਰ 5th ਚੈਪਟਰ ਹੈਗਾ ਦਾ ਬਾਰਬਰਸ ਟ੍ਰੇਡ ਯੂਨੀਅਨ ਚੰਦੂਵਾਲਾ, ਮੁਲਕ ਰਾਜ ਦੇ ਆਨੰਦ ਦਾ। ਵਟ ਫਸਟ ਇੰਪੋਰਟੈਂਟ ਆ, ਵਟ ਫਸਟ ਸੈਕਿੰਡ ਥਰਡ ਫੋਰਥ ਫਿਫਥ, ਇਹਦੇ 5 ਦੇ 5 ਮੋਸਟ ਇੰਪੋਰਟੈਂਟ ਨੇ। ਫਸਟ ਹੈ ਵਟ ਵਾਜ਼ ਦਾ ਏਜ ਡਿਫਰੈਂਸ ਬਿਟਵੀਨ ਚੰਦੂ ਐਂਡ ਦਾ ਨਰੇਟਰ, ਉਹਨਾਂ ਦੇ ਵਿੱਚ ਕੀ ਡਿਫਰੈਂਸ ਸੀ। ਇਟ ਵਾਜ਼ 6 ਮੰਥ, 6 ਮਹੀਨਿਆਂ ਦਾ ਸੀ। ਚੰਦੂ ਵਾਜ਼ ਸੀਨੀਅਰ ਟੂ ਦਾ ਨਰੇਟਰ, ਚੰਦੂ ਜਿਹੜੇ ਕਿ ਨਰੇਟਰ ਤੋਂ ਵੱਡਾ ਸੀ, ਸੀਨੀਅਰ ਸੀ। ਚੰਦੂ ਵੱਡਾ ਸੀ ਨਰੇਟਰ ਤੋਂ, ਲੇਖਕ ਤੋਂ, ਠੀਕ ਹੈ। 6 ਮੰਥ ਦਾ ਇਹਨਾਂ ਵਿੱਚ ਡਿਫਰੈਂਸ ਸੀ, ਮੋਸਟ ਇੰਪੋਰਟੈਂਟ। ਸੈਕਿੰਡ ਵਾਈ ਡਿਡ ਦਾ ਨਰੇਟਰ ਕੰਸੀਡਰ ਚੰਦੂ ਦਾ ਇੰਬੋਡੀਮੈਂਟ ਆਫ ਪਰਫੈਕਸ਼ਨ ਫੋਰ ਹਿਮ, ਤਾਂ ਚੰਦੂ ਜਿਹੜਾ ਕਿ ਲੇਖਕ ਸੀ ਉਹ ਚੰਦੂ ਨੂੰ ਆਪਣੇ ਦੇ ਲਈ ਪੂਰਨਤਾ ਜਾਂ ਕਿਉਂ ਜਿਹੜੇ ਕਿ ਇੱਕ ਪਰਫੈਕਸ਼ਨ ਸਮਝਦਾ ਸੀ। ਬਿਕੋਜ਼ ਚੰਦੂ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ ਆਫ ਕੰਪਲੀਕੇਟਡ ਡਿਜ਼ਾਈਨ ਐਂਡ ਬੈਲੈਂਸ, ਕਿਉਂਕਿ ਉਹ ਸੋਚਦਾ ਸੀ ਕਿ ਚੰਦੂ ਆ ਜਿਹੜੇ ਕਿ ਉਹ ਪੇਪਰ ਕਾਈਟ ਐਨ ਵਧੀਆ ਗੁੰਝਲਦਾਰ ਤੋਂ ਗੁੰਝਲਦਾਰ ਡਿਜ਼ਾਈਨਾਂ ਦੇ ਵਿੱਚ ਬਣਾਉਂਦਾ ਅਤੇ ਉਹਨਾਂ ਦੇ ਵਿੱਚ ਸੰਤੁਲਨ ਵੀ ਰੱਖਦਾ, ਠੀਕ ਆ, ਜਿਸ ਕਰਕੇ ਉਹ ਇਹ ਚੀਜ਼ ਸੋਚਦਾ ਸੀ। ਸੈਕਿੰਡ ਵੀ ਮੋਸਟ ਇੰਪੋਰਟੈਂਟ ਆ। ਥਰਡ ਵੈਰੀ ਇੰਪੋਰਟੈਂਟ, ਵਾਈ ਵਾਜ਼ ਚੰਦੂ ਨੋਟ ਗੁੱਡ ਐਟ ਡੂਇੰਗ ਸਮਸ ਐਟ ਸਕੂਲ, ਚੰਦੂ ਆ ਜਿਹੜੇ ਕਿ ਸਕੂਲ ਦੇ ਵਿੱਚ ਗਣਿਤ ਦੇ ਜਿਹੜੇ ਸਵਾਲ ਸੀ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਜੋ ਕਿਉਂ ਨਹੀਂ ਸੀ ਹੁੰਦਾ। ਬਿਕੋਜ਼ ਹੀ ਡਿਡ ਨੋਟ ਡੂ ਐਨੀ ਹੋਮਵਰਕ ਗਿਵਨ ਬਾਈ ਟੀਚਰਸ ਐਂਡ, ਕਿਉਂਕਿ ਉਹ ਜਿਹੜੇ ਕਿ ਟੀਚਰਸ ਦੇ ਦੁਆਰਾ ਜਿਹੜਾ ਉਹਨੂੰ ਹੋਮਵਰਕ ਦਿੱਤਾ ਜਾਂਦਾ ਸੀ ਉਹ ਨਹੀਂ ਕਰਦਾ ਸੀ। ਐਂਡ ਹੀ ਵੈਂਟ ਟੂ ਲਰਨ ਦਾ ਵਰਕ ਐਜ਼ ਅ ਵਾਰਵਰ, ਅਤੇ ਉਹ ਜਿਹੜੇ ਕਿ ਵਾਰਵਰ ਦਾ ਨਾਈ ਦਾ ਕੰਮ ਸਿੱਖਣ ਲਈ ਚਲਾ ਜਾਂਦਾ ਸੀ। ਅਗਲਾ ਹੈ ਫੋਰਥ, ਵਾਈ ਡਿਡ ਦਾ ਨਰੇਟਰਸ ਮਦਰ ਕੌਨਸਟੈਂਟਲੀ ਡਿਸੂਡ ਹਿਮ ਟੂ ਪਲੇ ਵਿਦ ਚੰਦੂ, ਜਿਹੜੇ ਕਿ ਚੰਦੂ ਦੀ ਲੇਖਕ ਦੀ ਜਿਹੜੀ ਮਾਤਾ ਸੀ ਉਹ ਚੰਦੂ ਦੇ ਨਾਲ ਖੇਡਣ ਤੋਂ ਕਿਉਂ ਲਗਾਤਾਰ ਮਨਾ ਕਰਦੀ ਸੀ। ਕੌਨਸਟੈਂਟਲੀ ਹੁੰਦਾ ਲਗਾਤਾਰ, ਡਿਸੂਡ ਹੋ ਗਿਆ ਮਨਾ ਕਰਨਾ। ਬਿਕੋਜ਼ ਚੰਦੂ ਵਾਜ਼ ਅ ਲੋ ਕਾਸਟ ਵਾਰਵਰਸ ਸਨ, ਕਿਉਂਕਿ ਚੰਦੂ ਹੈ ਜਿਹੜੇ ਕਿ ਨੀਵੀਂ ਜਾਤ ਦਾ ਨਾਨਿਆਂ ਦਾ ਜਿਹੜਾ ਮੁੰਡਾ ਸੀ, ਸਨ ਸੀ। ਐਂਡ ਹੀ ਹੈਡ ਟੂ ਕੀਪ ਅਪ ਦਾ ਸਟੇਟਸ ਆਫ ਹੀਜ਼ ਕਾਸਟ ਐਂਡ ਕਲਾਸ, ਕਿਉਂਕਿ ਉਹ ਉਹਨੂੰ ਕਹਿੰਦੇ ਸੀ ਕਿ ਉਹਨੂੰ ਆਪਣੀ ਕਾਸਟ ਅਤੇ ਜਿਹੜੀ ਕਿ ਜਾਤ ਤੇ ਸ਼੍ਰੇਣੀ ਦੀ ਜਿਹੜੇ ਸਟੇਟਸ ਆ ਉਹਨੂੰ ਕਾਇਮ ਰੱਖਣਾ ਚਾਹੀਦਾ। ਤੁਸੀਂ ਇੰਨਾ ਕੁ ਵੀ ਕਰ ਸਕਦੇ ਹੋ, ਠੀਕ ਹੈ, ਇਹ ਵੀ ਠੀਕ ਹੈ, ਇੰਨਾ ਕੁ ਵੀ ਕਰ ਸਕਦੇ ਹੋ। ਬਿਕੋਜ਼ ਚੰਦੂ ਵਾਜ਼ ਅ ਲੋ ਕਾਸਟ ਵਾਰਵਰਸ ਸਨ। ਅਗਲਾ ਹੈ 5th, ਵਟ ਡਜ਼ ਦਾ ਨਰੇਟਰ ਟੈਲ ਅਬਾਊਟ ਚੰਦੂਜ਼ ਡਰੈਸ, ਲੇਖਕ ਨੇ ਚੰਦੂ ਦੇ ਡਰੈਸ ਬਾਰੇ ਕੀ ਦੱਸਿਆ। ਚੰਦੂ ਵੋਰ ਖਾਕੀ ਸ਼ਾਰਟਸ ਪਹਿਨੇ ਹੋਏ ਸੀ, ਬਲੈਕ ਵੈਲਵਟ ਕੋਟ ਸੀ ਵਿਦ ਮੈਨੀ ਬਟਨਸ, ਜਿਸ ਦੇ ਕਾਫੀ ਜ਼ਿਆਦਾ ਬਟਨ ਲੱਗੇ ਹੋਏ ਸੀ। ਐਂਡ ਰਾਊਂਡ ਫੈਲਟ ਕੈਪ, ਤੇ ਉਹਦੀ ਰਾਊਂਡ ਫੈਲਟ ਹੈ ਜਿਹੜੀ ਕਿ ਕੈਪ ਸੀ। ਤੇ ਉਹ ਜਿਹੜਾ ਮੈਂ ਉੱਪਰ ਉਹ 6th ਦਾ ਹੈ। ਵਟ ਡਿਡ ਚੰਦੂ ਟੈਲ ਦਾ ਨਰੇਟਰਸ ਅਬਾਊਟ ਕਲਨ ਖਾਨਸ ਅਪੀਅਰੈਂਸ, ਕਲਨ ਖਾਨ ਦੀ ਜਿਹੜੀ ਕਿ ਅਪੀਅਰੈਂਸ ਬਾਰੇ ਕੀ ਦੱਸਦਾ।
कलन खान है कौन सी? तो कलन खान सी डेंटिस्ट, कलन खान सी डेंटिस्ट सी कलन खान। ठीक है, ये भी याद रहना चाहिए वैरी शॉर्ट दे लिए कि कलन खान कौन सी? डेंटिस्ट सी। ते हुकम चंद, लाला हुकम चंद कौन सी? ਉਹ ਸੀ ਲਾਇਰ, ਲਾਇਰ ਸੀ ਉਹ। ਲਾਲਾ ਹੁਕਮ ਚੰਦ ਆ ਜਿਹੜੇ ਕਿ ਲਾਇਰ ਸੀ, ਤੇ ਜਿਹੜਾ ਕਿ ਕਲਨ ਖਾਨ ਸੀ ਉਹ ਡੈਂਟਿਸਟ ਸੀ। ਹੁਣ ਇਹਦੇ ਅਪੀਅਰੈਂਸ ਕਿਵੇਂ ਦੀ ਸੀ? ਹੀ ਵਾਜ਼ ਅ ਯੰਗ ਮੈਨ, ਉਹ ਯੰਗ ਮੈਨ ਸੀ ਵਿਦ ਪੋਰਟਡ ਹੇਅਰ। ਠੀਕ ਹੈ, ਉਹਦੇ ਹੇਅਰ ਆ ਜਿਹੜੇ ਕਿ ਐਵੇਂ ਦੇ ਸੀ। ਡਰੈਸਡ ਇਨ ਸ਼ਰਟ ਤੇ ਐਂਡ ਅ ਬਲੈਕ ਕੋਟ ਐਂਡ ਅ ਵੰਡਰਫੁਲ ਰਬਰ ਕੋਟ। ਤੇ ਉਹਨੇ ਡਰੈਸਡ ਜਿਹੜੀ ਕਿ ਇੱਕ ਸ਼ਰਟ ਪਾਈ ਹੋਈ ਸੀ, ਬਲੈਕ ਕੋਟ ਸੀ, ਤੇ ਵੰਡਰਫੁਲ ਆ ਜਿਹੜੇ ਕਿ ਉਹਦਾ ਰਬੜ ਦਾ ਕੋਟ ਸੀ। ਅਗਲਾ ਹੈ ਵਾਈ ਡਿਡ ਵਿਜੇ ਚੰਦ ਐਂਡ ਦਾ ਲੈਂਡਲੋਰਡ ਟਰਨ ਚੰਦੂ ਆਊਟ ਆਫ ਹਿਜ਼ ਹਾਊਸ। ਜਿਹੜੇ ਕਿ ਵਿਜੇ ਚੰਦ ਜਗੀਰਦਾਰ ਨੇ ਚੰਦੂ ਨੂੰ ਕਿਉਂ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਸੀ? ਮੋਸਟ ਇੰਪੋਰਟੈਂਟ ਦੋਨੋਂ ਹੀ। ਬਿਕੋਜ਼ ਹੀ ਵਾਜ਼ ਡਿਫਿਲਿੰਗ, ਡਿਫਿਲਿੰਗ ਤੁਸੀਂ ਪਲਿਊਟ ਵੀ ਕਰ ਸਕਦੇ ਹੋ। ਹਿਜ਼ ਹਾਊਸ ਵਿਦ ਦ ਲੈਦਰ ਵੈਗ ਆਫ ਕਾਓ ਹਾਈਡ, ਕਿਉਂਕਿ ਉਹ ਸੋਚਦੇ ਸੀ ਕਿ ਉਹਨੇ ਜਿਹੜੇ ਕਿ ਉਹ ਬੈਗ ਲੈ ਕੇ ਆ ਉਹ ਗਾਂ ਦੇ ਚਮੜੇ ਦੇ ਥੈਲੇ ਦਾ ਬਣਿਆ ਹੋਇਆ, ਜਿਸ ਕਰਕੇ ਉਹਦਾ ਘਰ ਉਹਨੇ ਜਿਹੜੇ ਕਿ ਉਹ ਕਰਤਾ, ਦੂਸ਼ਿਤ ਕਰਤਾ। ਅੱਗੇ ਹੈ ਵਟ ਡਿਡ ਦਾ ਸ਼ਾਹੂਕਾਰ ਥਿੰਕ ਅਬਾਊਟ ਦਾ ਚੰਦੂਜ਼ ਵੇਅਰਿੰਗ ਕਲੋਥ ਲਾਈਕ ਅ ਡਾਕਟਰ। ਜਿਹੜੇ ਕਿ ਸ਼ਾਹੂਕਾਰ ਨੇ, ਸ਼ਾਹੂਕਾਰ ਡਾਕਟਰ ਵਰਗੇ ਕੱਪੜੇ ਪਾਉਣ ਦੇ ਬਾਰੇ ਦੇ ਵਿੱਚ ਸ਼ਾਹੂਕਾਰ ਨੇ ਕੀ ਸੋਚਿਆ? ਦਾ ਸ਼ਾਹੂਕਾਰ ਅਬਿਊਜ਼ਡ ਐਂਡ ਵੌਨਡ ਹਿਮ ਨਾਟ ਟੂ ਵੇਅਰ ਦਾ ਕਲੌਥ ਆਫ ਹੌਸਪੀਟਲ ਪੀਪਲ। ਤਾਂ ਜਿਹੜੇ ਕਿ ਉਹਨੇ ਉਹਨੂੰ ਜਿਹੜੇ ਕਿ ਗੰਦਾ ਬੋਲਿਆ, ਤੇ ਨਾਲ ਦੀ ਨਾਲ ਉਹਨੂੰ ਕਿਹਾ ਕਿ ਉਹ ਜਿਹੜੇ ਕਿ ਇਹ ਹੌਸਪੀਟਲ ਵਾਲੇ ਜਿਹੜੇ ਕਿ ਕੱਪੜੇ ਨੂੰ ਨਾ ਪਾਇਆ ਕਰੇ, ਉਹ ਲੋਕਾਂ ਦੇ ਕੱਪੜੇ ਨਾ ਪਾਇਆ ਕਰੇ। ਦੋਨੋਂ ਹੀ ਮੋਸਟ ਇੰਪੋਰਟੈਂਟ। ਨੈਕਸਟ ਹੈ ਵਾਈ ਹੈਡ ਦਾ ਲੈਂਡਲੋਰਡ ਸਮਨਡ ਪੰਡਿਤ ਪਰਮਾਨੰਦ। ਜਿਹੜੇ ਕਿ ਜ਼ਿਮੀਂਦਾਰ ਨੇ ਪੰਡਿਤ ਪਰਮਾਨੰਦ ਨੂੰ ਕਿਉਂ ਬੁਲਾਇਆ ਸੀ? ਟੂ ਡਿਸਕਸ ਦਾ ਅਨਹੋਲੀ ਐਮਰਜੈਂਸੀ ਇਨ ਵਿਚ ਚੰਦੂ ਹੈਡ worn a doctor's dress and wearing English shoes। ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਡਿਸਕਸ ਕਰਨ ਦੇ ਲਈ ਕਿ ਜਿਹੜੇ ਕਿ ਚੰਦੂ ਨੇ ਇੱਕ ਅਪਵਿੱਤਰ ਜਿਹੜੀ ਕਿ ਐਮਰਜੈਂਸੀ ਹੋ ਗਈ, ਆਪਾਤਕਾਲ ਜਿਹੜੀ ਸਥਿਤੀ 'ਤੇ ਬਹਿਸ ਕਰਨੀ ਸੀ, ਕਿਉਂਕਿ ਉਹਨੇ ਜਿਹੜੇ ਕਿ ਇਹ ਚੰਦੂ ਨੇ ਅੰਗਰੇਜ਼ੀ ਜੁੱਤੇ ਤੇ ਡਾਕਟਰ ਦੀ ਜਿਹੜੀ ਕਿ ਪੋਸ਼ਾਕ ਪਾਈ ਹੋਈ ਸੀ, ਉਹਦੇ ਕਰਕੇ ਉਹਦੇ ਬਾਰੇ ਡਿਸਕਸ ਕਰਨੀ ਸੀ। ਅੱਗੇ 10 ਨੰਬਰ ਮੋਸਟ ਇੰਪੋਰਟੈਂਟ। ਵਟ ਟਾਈਪ ਆਫ ਵੂਮੈਨ ਵਾਜ਼ ਚੰਦੂਜ਼ ਮਦਰ। ਚੰਦੂ ਦੀ ਮਦਰ ਕਿਵੇਂ ਦੀ ਵੂਮੈਨ ਸੀ? ਸ਼ੀ ਵਾਜ਼ ਇਲ ਟੈਂਪਰਡ। ਇਲ ਟੈਂਪਰਡ ਨੂੰ ਤੁਸੀਂ ਕਰੋਇਲਸਮ ਵੀ ਲਿਖ ਸਕਦੇ ਹੋ, ਕਰੋਇਲਸਮ ਨੇਚਰ। ਇਲ ਟੈਂਪਰਡ ਵੂਮੈਨ ਫਰੋਮ ਲੋ ਕਾਸਟ, ਇੰਨਾ ਕੁ ਵੀ ਕਰ ਸਕਦੇ ਹੋ ਤੁਸੀਂ ਕਿ ਲੋ ਕਾਸਟ ਦੀ ਸੀ, ਤੇ ਉਹਦਾ ਨੇਚਰ ਸੀ ਇਲ ਟੈਂਪਰਡ ਵਾਲਾ, ਕਰੋਇਲਸਮ ਵਾਲਾ, ਲੜਨ ਵਾਲਾ, ਝਗੜਾਲੇ ਵਾਲਾ। ਐਂਡ ਨਿਊ ਦਾ ਰਿਅਲਟੀ ਅਬਾਊਟ ਅਪਰ ਕਾਸਟ ਪੀਪਲ। ਤੇ ਉਹ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਜਿਹੜੇ ਅਮੀਰ ਘਰਾਣੇ ਦੇ ਲੋਕ ਹੁੰਦੇ ਨੇ ਉਹਨਾਂ ਦੀ ਕਿਵੇਂ ਦੀ ਜਿਹੜੀ ਕਿ ਰਿਅਲਟੀ ਹੁੰਦੀ ਹੈ। ਅਗਲਾ ਹੈ 11 12 ਮੋਸਟ ਇੰਪੋਰਟੈਂਟ, 13 ਵੀ ਮੋਸਟ ਇੰਪੋਰਟੈਂਟ, ਤੇ ਨੰਬਰ 16 ਮੋਸਟ ਇੰਪੋਰਟੈਂਟ। ਹਾਊ ਡਿਡ ਚੰਦੂਜ਼ ਮਦਰ ਟਰੀਟ ਦਾ ਨਰੇਟਰ। ਚੰਦੂ ਦੀ ਮਦਰ ਜਿਹੜੇ ਕਿ ਲੇਖਕ ਨੂੰ ਕਿਵੇਂ ਟਰੀਟ ਕਰਦੀ ਸੀ? ਸ਼ੀ ਵਾਜ਼ ਵੈਰੀ ਕਾਈਂਡ ਟੂ ਹਿਮ, ਉਹਦੇ ਲਈ ਬਹੁਤ ਉਹ ਦਿਆਲੂ ਭਰੀ ਸੀ। ਐਂਡ ਸਪੋਕ ਟੂ ਹਿਮ ਇਨ ਜੋਕਿੰਗ ਮੈਨਰ, ਤੇ ਉਹਦੇ ਨਾਲ ਜਿਹੜੇ ਕਿ ਗੱਲਬਾਤ ਹੈ ਜਿਹੜੇ ਕਿ ਜੋਕਿੰਗ ਮੈਨਰ ਦੇ ਵਿੱਚ ਕਰਦੀ ਸੀ। ਅਗਲਾ ਹੈ ਮਜ਼ਾਕ ਭਰਿਆ। ਵਾਈ ਡਿਡ ਚੰਦੂ ਡਿਸਾਈਡ ਟੂ ਗੋ ਔਨ ਅ ਸਟ੍ਰਾਈਕ। ਚੰਦੂ ਨੇ ਸਟ੍ਰਾਈਕ ਬਾਰੇ ਕਰਨ ਦਾ ਕਿਉਂ ਫੈਸਲਾ ਸੋਚਿਆ ਸੀ, ਕਿਉਂ ਕੀਤਾ ਸੀ? ਹੀ ਡਿਸਾਈਡਡ ਟੂ ਗੋ ਔਨ ਅ ਸਟ੍ਰਾਈਕ ਬਿਕੋਜ਼ ਅਪਰ ਕਲਾਸ ਪੀਪਲ ਇਨਸਲਟਡ ਐਂਡ ਅਬਿਊਜ਼ਡ ਹਿਮ। ਕਿਉਂਕਿ ਅਪਰ ਕਲਾਸ ਦੇ ਲੋਕ ਆ ਜਿਹੜੇ ਕਿ ਉਹਦੀ ਬੇਇੱਜ਼ਤੀ ਕਰਦੇ ਸੀ ਤੇ ਉਹਦੀ ਇਨਸਲਟ ਕਰਦੇ ਸੀ। ਤੇ ਇਹਦੇ ਵਿੱਚ ਤੁਸੀਂ ਇਹ ਲਾਈਨਾਂ ਵੀ ਐਡ ਕਰ ਸਕਦੇ ਹੋ। ਚੰਦੂ ਵਾਜ਼ ਅ ਸੈਲਫ ਰਿਸਪੈਕਟਿੰਗ, ਚੰਦੂ ਵਾਜ਼ ਅ ਸੈਲਫ ਰਿਸਪੈਕਟਿੰਗ, ਵਾਜ਼ ਤੁਸੀਂ ਜੋ ਆਪਾਂ ਨੇ ਇੱਥੋਂ ਤੱਕ ਕਰਨ ਤੋਂ ਬਾਅਦ ਤੁਸੀਂ ਜਿਹੜੇ ਕਿ ਇਹ ਲਾਈਨਾਂ ਵੀ ਲਿਖ ਸਕਦੇ ਹੋ। ਚੰਦੂ ਵਾਜ਼ ਸੈਲਫ ਰਿਸਪੈਕਟਿੰਗ, ਹੀ ਵਾਂਟਡ ਟੂ ਟੀਚ ਦੈਮ ਅ ਲੈਸਨ। ਚੰਦੂ ਜਿਹੜੇ ਕਿ ਸਵੈ ਅਭਿਮਾਨੀ ਵਾਲਾ ਸੀ, ਤੇ ਉਹ ਉਹਨਾਂ ਲੋਕਾਂ ਨੂੰ ਜਿਹੜੇ ਉਹਨੂੰ ਗਾਲਾਂ ਕੱਢਦੇ ਸੀ ਤੇ ਉਹਨੂੰ ਬੁਰਾ ਕਹਿੰਦੇ ਸੀ, ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।
ਅੱਗੇ ਹੈ ਵਾਈ ਡਿਡ ਚੰਦੂ ਡਿਸਾਈਡਡ ਟੂ ਬਾਏ ਏ ਬਾਈਸਾਈਕਲ। ਚੰਦੂ ਨੇ ਬਾਈਸਾਈਕਲ ਖਰੀਦਣ ਬਾਰੇ ਕਿਉਂ ਫੈਸਲਾ ਕੀਤਾ ਸੀ। ਇਹਦੇ ਵਿੱਚ ਵੀ ਤੁਸੀਂ ਇਹੀ ਲਾਈਨਾਂ ਐਡ ਕਰ ਸਕਦੇ ਹੋ। ਹੀ ਵਾਂਟਡ ਟੂ ਟੀਚ ਦੈਮ ਅ ਲੈਸਨ, ਇਹ ਲਿਖ ਸਕਦੇ ਹੋ। ਚੰਦੂ ਹੈਡ ਏ ਸ਼ਾਰਪ ਬ੍ਰੇਨ। ਚੰਦੂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਸੀ। ਹੀ ਡਿਸਾਈਡਡ ਟੂ ਸੇ ਪੀਪਲ ਐਂਡ ਅਰਨ ਮਨੀ ਬਾਈ ਗਿਵਿੰਗ ਹੋਮ ਸਰਵਿਸ। ਉਹਨੇ ਸੋਚਿਆ ਸੀ ਕਿ ਹੁਣ ਉਹ ਪੈਸਾ ਜਿਹੜਾ ਕਿ ਕਿਵੇਂ ਕਮਾਊਗਾ ਅਤੇ ਲੋਕਾਂ ਦੀ ਜਿਹੜੀ ਸੇਵ ਕਰਨੀ ਉਹ ਪਿੰਡ ਦੇ ਵਿੱਚ ਘਰ ਘਰ ਜਾ ਕੇ ਜਿਹੜੀ ਕਿ ਹੋਮ ਸਰਵਿਸ ਸੀ ਉਹ ਬੰਦ ਕਰ ਦੂਗਾ। ਠੀਕ ਹੈ। ਐਂਡ ਸਟਾਰਟਡ ਸੇਵਿੰਗ ਪੀਪਲ ਇਨ ਟਾਊਨ। ਅਤੇ ਸਾਈਕਲ ਖਰੀਦ ਕੇ ਟਾਊਨ ਦੇ ਵਿੱਚ ਜਾ ਕੇ, ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਕਿ ਉੱਥੇ ਲੋਕਾਂ ਦੀ ਜਿਹੜੀ ਕਿ ਸੇਵ ਕਰੂਗਾ ਅਤੇ ਉੱਥੋਂ ਆਪਣੇ ਪੈਸੇ ਕਮਾਊਗਾ, ਜਿਸ ਕਰਕੇ ਉਹਨੇ ਸਾਈਕਲ ਖਰੀਦਣ ਬਾਰੇ ਸੋਚਿਆ ਸੀ, ਫੈਸਲਾ ਕੀਤਾ। ਤਿੰਨ ਇਹ ਇੰਪੋਰਟੈਂਟ ਨੇ। ਨੈਕਸਟ ਦੇਖਦੇ ਹਾਂ ਹੁਣ ਆਪਾਂ ਨੰਬਰ 14 ਵਾਈ ਹੈਡ ਦਾ ਮੈਨ ਗੈਦਰਡ ਇਨ ਦਾ ਸ਼ਾਹੂਕਾਰ ਦੀ ਸ਼ਾਪ। ਸ਼ਾਹੂਕਾਰ ਦੀ ਸ਼ਾਪ 'ਤੇ ਸਾਰੇ ਕਿਉਂ ਇਕੱਠੇ ਹੋਏ ਸੀ। ਦੇ ਹੈਡ ਗੈਦਰਡ ਦੇਅਰ ਰਾਊਂਡ ਦਾ ਫਿਗਰ ਆਫ ਦਾ ਲੈਂਡਲੋਰਡ। ਜਿਹੜੇ ਕਿ ਉਹ ਸਾਰੇ ਜਣੇ ਲੈਂਡਲੋਰਡ ਦੇ ਆਲੇ ਦੁਆਲੇ ਜਿਹੜੇ ਕਿ ਇਕੱਠੇ ਹੋਏ ਸੀ। ਅੱਗੇ ਹਾਊ ਡਿਡ ਦਾ ਸ਼ਾਹੂਕਾਰ ਲੁੱਕ ਵਿਦਾਊਟ ਬੀਇੰਗ ਟ੍ਰਿਮਡ ਬਾਏ ਦਾ ਵਾਰਬਰ। ਜਿਹੜੇ ਕਿ ਜਿਹੜਾ ਸ਼ਾਹੂਕਾਰ ਸੀ ਉਹ ਕਿਵੇਂ ਦਾ ਲੱਗ ਰਿਹਾ ਸੀ, ਜਿਹੜੇ ਕਿ ਜਦੋਂ ਉਹਦੀ ਜਿਹੜੇ ਕਿ ਵਾਰਬਰ ਦੇ ਦੁਆਰਾ, ਨਾਈ ਦੇ ਦੁਆਰਾ ਜਿਹੜੇ ਕਿ ਟ੍ਰਿਮਡ ਭਾਵ ਕਿ ਉਹਦੇ ਦਾੜੀ ਮੁੱਛ ਵਗੈਰਾ ਨਹੀਂ ਕੱਟੀ ਹੋਈ ਸੀ ਤਾਂ ਕਿਵੇਂ ਦਾ ਲੱਗ ਰਿਹਾ ਸੀ। ਹੀ ਵਾਜ਼ ਲੁਕਡ ਲਾਈਕ ਏ ਲੀਪਰ ਔਰ ਲੀਪਰ। ਠੀਕ ਹੈ, ਇੰਨਾ ਵੀ ਕਰ ਸਕਦੇ ਹੋ ਕਿ ਉਹ ਇੱਕ ਲੀਪਰ ਦੀ ਤਰ੍ਹਾਂ ਲੱਗ ਰਿਹਾ ਸੀ, ਕੌੜੀ ਦੀ ਤਰ੍ਹਾਂ। ਠੀਕ ਹੈ। ਔਰ ਹੀ ਲੁਕਡ ਲਾਈਕ ਏ ਲੀਪਰ ਵਿਦ ਦਾ ਬਰਾਊਨ ਕਲਰ ਆਫ ਤਬਾਕੂ ਔਨ ਹਿਜ਼ ਬਿਗ ਮੁਸਟੇਚਸ। ਠੀਕ ਹੈ। ਅਤੇ ਉਹਦੀਆਂ ਵੱਡੀਆਂ ਮੁੱਛਾਂ ਦੇ ਭੂਰੇ ਰੰਗ ਦੇ ਜਿਹੜੇ ਕਿ ਤੰਬਾਕੂ ਦੇ ਧੱਬੇ ਲੱਗੇ ਹੋਏ ਸੀ। ਇਹ ਕੋਈ ਖਾਸ ਨਹੀਂ ਹੈ, ਜਸਟ ਇੱਕ ਵਾਰ ਤੁਸੀਂ ਰੀਡ ਕਰ ਲਿਓ। ਨੰਬਰ 16 ਇੰਪੋਰਟੈਂਟ ਆ ਵਟ ਜੋਕਸ ਬਿਕਮ ਪਪੂਲਰ ਇਨ ਐਵਰੀ ਹੋਮ ਐਂਡ ਵਾਈ। ਮੋਸਟ ਇੰਪੋਰਟੈਂਟ ਜੋਕਸ ਅਬਾਊਟ ਦਾ ਅਨਕਲੀਨ ਬਰੀਡ ਆਫ ਦਾ ਐਲਡਰਸ ਬਿਕਮ ਪਪੂਲਰ। ਜਿਹੜੇ ਕਿ ਐਲਡਰ ਲੋਕ ਸੀ ਉਹਨਾਂ ਦੀ ਜਿਹੜੇ ਕਿ ਵਧੀ ਹੋਈ ਦਾੜੀ ਦੇ ਬਾਰੇ। ਅਨਕਲੀਨ ਭਾਵ ਕਿ ਜਿਹੜੀ ਸਾਫ਼ ਨਹੀਂ ਸੀ, ਮੈਲੀ ਸੀ, ਉਹਦੇ ਬਾਰੇ ਜਿਹੜੇ ਕਿ ਜੋਕਸ ਫੇਮਸ ਹੋ ਗਏ ਸੀ, ਪਾਪੂਲਰ ਹੋ ਗਏ ਸੀ। ਲੈਂਡਲੋਰਡਸ ਯੰਗ ਵਾਈਫ ਥ੍ਰੀਟਨਡ ਟੂ ਰਨ ਅਵੇ ਬਿਕੋਜ਼ ਆਫ ਹੀਜ਼ ਸ਼ੈਬੀ ਜਾਂ ਡਰਟੀ ਪੇਰੈਂਟਸ। ਜਿਹੜੇ ਲੈਂਡਲੋਰਡਸ ਦੀ ਯੰਗ ਵਾਈਫ ਸੀ ਉਹਨੇ ਉਹਨੂੰ ਧਮਕੀ ਦਿੱਤੀ ਸੀ ਕਿਸੇ ਨਾਲ ਦੌੜ ਜਾਊਗੀ ਵੀ ਉਹਦੀ, ਕਿਉਂਕਿ ਉਹਦੀ ਸ਼ਕਲ ਹੈ ਜਿਹੜੇ ਕਿ ਅਪੀਅਰੈਂਸ ਉਹ ਡਰਟੀ ਸੀ। ਵਟ ਵਾਜ਼ ਦਾ ਰੀਜ਼ਨ ਆਫ ਦਾ ਰਿਊਮਰ ਡੈਟ ਲੈਂਡਲੋਰਡਸ ਵਾਈਫ ਐਂਡ ਹੈਡ ਥ੍ਰਿਟਨਡ ਟੂ ਰਨ ਅਵੇ ਵਿਦ ਸਮਵਨ ਐਲਸ। ਕਹਿੰਦਾ ਕਿ ਇਹ ਜਿਹੜੇ ਕਿ ਰਿਊਮਰ ਫੈਲੇ ਹੋਏ ਸੀ, ਅਫਵਾਹ ਫੈਲੀ ਦਾ ਕੀ ਕਾਰਨ ਸੀ ਕਿ ਸ਼ਾਹੂਕਾਰ ਦੀ ਪਤਨੀ ਨੇ ਆਪਣੀ ਪਤੀ ਨੂੰ ਧਮਕੀ ਦਿੱਤੀ ਕਿ ਉਹ ਕਿਸੇ ਹੋਰ ਦੇ ਨਾਲ ਦੌੜ ਜਾਊਗੀ। ਬਿਕੋਜ਼ ਆਫ ਵਿਦ ਅਨਕਲੀਨ ਬਰੀਡ ਦਾ ਲੈਂਡਲੋਰਡ ਵਾਜ਼ ਲੁਕਿੰਗ ਵੈਰੀ ਬੈਡ। ਠੀਕ ਹੈ, ਕਿਉਂਕਿ ਉਹ ਜਿਹੜੀ ਕਿ ਉਹਦੀ ਬਰੀਡ ਸੀ ਉਹ ਸਾਫ਼ ਸੁਥਰੀ ਨਹੀਂ ਸੀ, ਉਹ ਸਾਫ਼ ਸੁਥਰਾ ਨਹੀਂ ਰਹਿੰਦਾ ਸੀ, ਜਿਸ ਕਰਕੇ ਉਹਨੂੰ ਜਿਹੜੀ ਕਿ ਇਹ ਧਮਕੀ ਦਿੱਤੀ ਸੀ। ਅਤੇ ਇਸ ਤੋਂ ਇਲਾਵਾ ਤੁਸੀਂ ਇਹ ਵੀ ਕਰ ਸਕਦੇ ਹੋ ਕਿਉਂਕਿ ਉਹਦੀ ਵਾਈਫ ਆ ਜਿਹੜੀ ਕਿ ਉਸ ਤੋਂ ਛੋਟੀ ਸੀ 20 ਈਅਰਸ। ਅਗਲਾ ਹੈ ਵਟ ਡਿਡ ਦਾ ਵਿਲੇਜ ਐਲਡਰਸ ਥ੍ਰੀਟਨਡ ਚੰਦੂ। ਜਿਹੜੇ ਵਿਲੇਜ ਦੇ ਐਲਡਰ ਸੀ ਉਹਨਾਂ ਨੇ ਕੀ ਚੰਦੂ ਨੂੰ ਧਮਕੀ ਦਿੱਤੀ। ਦੇ ਥ੍ਰੀਟਨਡ ਚੰਦੂ ਟੂ ਸੈਂਡ ਹਿਮ ਪ੍ਰਿਜ਼ਨ ਫੋਰ ਹਿਜ਼ ਓਫੈਂਸ ਐਂਡ ਮਿਸਕੰਡਕਟ। ਉਹਨਾਂ ਨੇ ਕਿਹਾ ਸੀ ਕਿ ਉਹਨੂੰ ਉਹ ਜਿਹੜੇ ਕਿ ਜੇਲ੍ਹ ਦੇ ਵਿੱਚ ਭੇਜ ਦੇਣਗੇ ਉਹਦੇ ਜਿਹੜੇ ਕਿ ਅਪਰਾਧ ਦੇ ਕਾਰਨ ਅਤੇ ਉਹਦੇ ਮਿਸਬਿਹੇਵੀਅਰ ਕਰਕੇ। ਅੱਗੇ ਹੈ ਨੇਮ ਦਾ ਯੂਨੀਅਨ ਡੈਟ ਗਿਵ ਬਰਥ ਟੂ ਮੈਨੀ ਅਦਰ ਐਕਟਿਵ ਟ੍ਰੇਡ ਯੂਨੀਅਨ ਟੂ ਇਨ ਦਾ ਟਾਊਨ। ਔਰ ਯੂਨੀਅਨ ਦਾ ਨੇਮ ਲਿਖਣਾ ਜਿਸ ਨੇ ਬਾਕੀ ਯੂਨੀਅਨ ਜਿਹੜੀ ਕਿ ਟ੍ਰੇਡ ਸੀ ਉਹਨਾਂ ਨੂੰ ਜਨਮ ਦਿੱਤਾ ਟਾਊਨ ਦੇ ਵਿੱਚ। ਮੋਸਟ ਇੰਪੋਰਟੈਂਟ ਦਾ ਨੇਮ ਵਾਜ਼ ਰਾਜਕੋਟ ਡਿਸਟ੍ਰਿਕਟ ਵਾਰਵਰ ਬ੍ਰਦਰਸ ਹੇਅਰ ਡਰੈਸਿੰਗ ਐਂਡ ਸੇਵਿੰਗ ਸਲੂਨ। ਇਹਦਾ ਨੇਮ ਆ, ਇੰਪੋਰਟੈਂਟ ਹੈ ਇਹ। ਨੈਕਸਟ ਆਪਣਾ ਹੈ ਚੈਪਟਰ ਨੰਬਰ 6 ਦਾ ਬੁੱਲ ਬੈਂਥ ਦਾ ਅਰਥ। ਕੁਲਵੰਤ ਸਿੰਘ ਵਿਰਕ ਦੀ ਇਹ ਜਿਹੜੀ ਕਿ ਸਟੋਰੀ ਆ। ਹੂ ਵਰ ਮਾਨ ਸਿੰਘ ਐਂਡ ਕਰਮ ਸਿੰਘ। ਕਰਮ ਸਿੰਘ ਅਤੇ ਮਾਨ ਸਿੰਘ ਕੌਣ ਸਨ। ਮਾਨ ਸਿੰਘ ਐਂਡ ਕਰਮ ਸਿੰਘ ਵਰ ਸੋਲਜਰ ਇਨ ਦਾ ਸੇਮ ਰੈਜੀਮੈਂਟਲ ਸੈਂਟਰ। ਦੋਨੋਂ ਹੀ ਸੇਮ ਰੈਜੀਮੈਂਟਲ ਸੈਂਟਰ ਦੇ ਵਿੱਚ ਜਿਹੜੇ ਕਿ ਸੋਲਜਰ ਸੀ, ਸਿਪਾਹੀ ਸਨ। ਐਂਡ ਵਰ ਸਰਵਿੰਗ ਟੂਗੈਦਰ ਔਨ ਦਾ ਬਰਮਾ ਫਰੰਟ। ਅਤੇ ਬਰਮਾ ਫਰੰਟ ਦੇ ਵਿੱਚ ਦੋਨੋਂ ਹੀ ਇਕੱਠੇ ਕੰਮ ਕਰਦੇ ਸੀ। ਫਸਟ, ਸੈਕਿੰਡ, ਥਰਡ ਅਤੇ ਫਿਫਥ, ਸਿਕਸਥ ਮੋਸਟ ਇੰਪੋਰਟੈਂਟ ਕੁਐਸਚਨਸ ਨੇ। ਵਟ ਵਰ ਦਾ ਡੈਜ਼ੀਗਨੇਸ਼ਨ ਆਫ ਕਰਮ ਸਿੰਘ ਐਂਡ ਮਾਨ ਸਿੰਘ ਇਨ ਦਾ ਆਰਮੀ। ਆਰਮੀ ਦੇ ਵਿੱਚ ਇਹਨਾਂ ਦਾ ਕੀ ਡੈਜ਼ੀਗਨੇਸ਼ਨ ਸੀ। ਮਾਨ ਸਿੰਘ ਵਾਜ਼ ਅ ਨਾਇਕ। ਮਾਨ ਸਿੰਘ ਨਾਇਕ ਸੀ ਐਂਡ ਕਰਮ ਸਿੰਘ ਵਾਜ਼ ਅ ਹਵਲਦਾਰ ਇਨ ਦਾ ਆਰਮੀ। ਇਹ ਹਵਲਦਾਰ ਸੀ। ਅੱਗੇ ਹੈ 3 ਵੇਅਰ ਡਿਡ ਮਾਨ ਸਿੰਘ ਗੋ ਵੈਨ ਹੀ ਗੋਟ ਅ ਫਿਊ ਡੇਜ਼ ਲੀਵ। ਜਦੋਂ ਮਾਨ ਸਿੰਘ ਨੇ ਕੁਝ ਦਿਨਾਂ ਦੀ ਛੁੱਟੀ ਲਈ ਤਾਂ ਕਿੱਥੇ ਗਿਆ ਸੀ।
ਮਾਨ ਸਿੰਘ ਵੈਂਟ ਟੂ ਕਰਮ ਸਿੰਘ's ਵਿਲੇਜ, ਕਰਮ ਸਿੰਘ ਦੇ ਵਿਲੇਜ ਠਾਠੀ ਖਾਰਾਂ 'ਚ ਗਿਆ ਸੀ। ਅੱਗੇ ਹੈ ਹੂ ਡਿਡ ਮਾਨ ਸਿੰਘ ਮੀਟ ਫਸਟ ਔਨ ਐਂਟਰਿੰਗ ਕਰਮ ਸਿੰਘ ਫਾਦਰ, ਇਹਨੂੰ ਜ਼ਰੂਰ ਰੀਡ ਕਰਨਾ ਕਿਉਂਕਿ ਵੈਰੀ ਸ਼ਾਰਟਲੀ ਇੰਪੋਰਟੈਂਟ ਹੈ ਇਹ। ਹੀ ਫਸਟ ਮੈਟ ਕਰਮ ਸਿੰਘ ਫਾਦਰ, ਉਹ ਸਭ ਤੋਂ ਪਹਿਲਾਂ ਕਰਮ ਸਿੰਘ ਦੇ ਪਿਤਾ ਨੂੰ ਮਿਲਿਆ ਸੀ। ਹੂ ਵਾਜ ਜਸਵੰਤ ਸਿੰਘ, ਜਸਵੰਤ ਸਿੰਘ ਕੌਣ ਸੀ? ਹੀ ਵਾਜ ਕਰਮ ਸਿੰਘ's ਬ੍ਰਦਰ, ਕਰਮ ਸਿੰਘ ਦਾ ਬ੍ਰਦਰ ਸੀ ਜਸਵੰਤ ਸਿੰਘ। ਅੱਗੇ ਹੈ what did ਮਾਨ ਸਿੰਘ tell ਕਰਮ ਸਿੰਘ's family about the latest war skill, war skill ਦੇ ਬਾਰੇ ਜਿਹੜੇ ਕਿ ਉਹਨੇ ਕੀ ਦੱਸਿਆ ਸੀ ਕਰਮ ਸਿੰਘ ਦੇ ਬਾਰੇ ਮਾਨ ਸਿੰਘ ਨੇ? he told that ਕਰਮ ਸਿੰਘ was very famous in the Burma war, ਉਹਨੇ ਦੱਸਿਆ ਕਿ ਵਰਮਾ ਵਾਰ ਦੇ ਵਿੱਚ ਉਹ ਬਹੁਤ ਜ਼ਿਆਦਾ ਫੇਮਸ ਹੈ। and he killed many soldiers of Japan, ਤੇ ਉਹਨੇ ਜਾਪਾਨ ਦੇ ਕਾਫੀ ਜ਼ਿਆਦਾ ਸੋਲਜਰਸ ਨੂੰ ਮਾਰਿਆ ਸੀ ਯੁੱਧ ਦੇ ਵਿੱਚ। ਨੰਬਰ 17 ਵੀ ਇੰਪੋਰਟੈਂਟ ਆ। ਵਿਚ ਵਰਡਸ ਆਫ ਮਾਨ ਸਿੰਘ ਪ੍ਰੀਜ਼ਡ ਕਰਮ ਸਿੰਘ's ਫਾਦਰ ਹਰਟ, ਮਾਨ ਸਿੰਘ ਦੇ ਕਿਹੜੇ ਸ਼ਬਦਾਂ ਨੇ ਕਰਮ ਸਿੰਘ ਦੇ ਫਾਦਰ ਦੇ ਜਿਹੜੇ ਹਰਟ ਨੂੰ, ਦਿਲ ਨੂੰ ਪਸੀਜਤਾ ਸੀ? ਤਾਂ ਮਾਨ ਸਿੰਘ ਟੋਲਡ ਕਰਮ ਸਿੰਘ's ਲਿਟਲ ਸਨ ਟੂ ਕਮ ਵਿਦ ਹਿਮ ਇਫ ਹੀ ਵਾਂਟਡ ਟੂ ਗੋ ਹਿਜ਼ ਫਾਦਰ, ਕਿਉਂਕਿ ਜਦੋਂ ਜਿਹੜੇ ਕਿ ਮਾਨ ਸਿੰਘ ਨੇ ਕਿਹਾ ਸੀ ਕਰਮ ਸਿੰਘ ਦੇ ਛੋਟੇ ਬੱਚੇ ਨੂੰ ਕਿ ਅਗਰ ਉਹ ਆਪਣੇ ਪਿਤਾ ਦੇ ਕੋਲ ਜਾਣਾ ਚਾਹੁੰਦਾ ਤਾਂ ਉਹਦੇ ਨਾਲ ਚੱਲੇ, ਦੈਨ ਹੀ ਵੁੱਡ ਹੈਵ ਪਲੈਂਟੀ ਆਫ ਵਾਟਰ ਟੂ ਪਲੇ ਇਨ, ਤੇ ਉੱਥੇ ਉਹਨੂੰ ਬਹੁਤ ਸਾਰਾ ਜਿਹੜੇ ਕਿ ਪਾਣੀ ਖੇਡਣ ਲਈ ਮਿਲੂਗਾ। ਤੇ ਇਹ ਸ਼ਬਦਾਂ ਨੇ ਉਹਦੇ ਦਿਲ ਨੂੰ ਪਸੀਜਦਾ ਸੀ ਕਿਉਂਕਿ ਕਰਮ ਸਿੰਘ ਦੇ ਫਾਦਰ ਨੂੰ ਤਾਂ ਪਤਾ ਸੀ ਕਿ ਕਰਮ ਸਿੰਘ ਦੀ ਡੈਥ ਹੋ ਚੁੱਕੀ ਹੈ, ਤੇ ਇੱਕ ਡੈਥ ਹੋ ਚੁੱਕੇ ਪਰਸਨ ਬਾਰੇ ਆਪਾਂ ਕੋਈ ਗੱਲ ਕਹਿੰਦੇ ਵੀ ਅਗਰ ਤੈਨੇ ਉੱਥੇ ਜਾਣਾ ਇਟ ਮੀਨਸ ਜਿਹੜੇ ਕਿ ਉਹ ਹੁੰਦਾ ਵੀ ਉਹਦੇ ਫਾਦਰ ਦੇ ਕੋਲ ਉਹਨੂੰ ਮਰ ਕੇ ਜਿਹੜੇ ਕਿ ਜਾਣਾ ਪਊਗਾ। ਇਹ ਸ਼ਬਦਾਂ ਨੇ ਉਹਦੇ ਮਨ ਦੇ ਦਿਲ ਨੂੰ ਜਿਹੜਾ ਪਸੀਜਤਾ ਸੀ, ਜਦ ਕਿ ਮਾਨ ਸਿੰਘ ਨੂੰ ਅਸਲੀਅਤ ਨਹੀਂ ਸੀ ਪਤਾ। ਠੀਕ ਹੈ, ਅੱਗੇ ਹੈ ਹਾਊ ਫਾਰ ਵਾਜ਼ ਤਰਨ ਤਾਰਨ ਫਰੋਮ ਕਰਮ ਸਿੰਘ's ਵਿਲੇਜ, ਕਰਮ ਸਿੰਘ ਦੇ ਵਿਲੇਜ ਤੋਂ ਤਰਨ ਤਾਰਨ ਕਿੰਨੀ ਦੂਰੀ ਸੀ? ਇਟ ਵਾਜ਼ ਨੀਅਰਲੀ 4 ਮੀਲਸ। ਠੀਕ ਹੈ, ਲਗਭਗ 4 ਮੀਲ, ਯਾਦ ਰੱਖਣਾ 4 ਮੀਲ, ਸਿਰਫ 4 ਮੀਲ, 4 ਮੀਲ ਲਗਭਗ 4 ਮੀਲ। ਇਹ ਵੀ ਮੋਸਟ ਇੰਪੋਰਟੈਂਟ ਹੈ, ਜਿੰਨੇ ਮੋਸਟ ਇੰਪੋਰਟੈਂਟ ਨੇ 7 8 9 9 10। ਠੀਕ ਹੈ, ਨੰਬਰ 10 ਹੈ ਵਟ ਨਿਊਜ਼ ਡਿਡ ਪੋਸਟਮੈਨ ਬ੍ਰਿੰਗ, ਪੋਸਟਮੈਨ ਕੀ ਨਿਊਜ਼ ਲੈ ਕੇ ਆਇਆ ਸੀ? ਦਾ ਪੋਸਟਮੈਨ ਬਰਾਊਟ ਅ ਪੇਪਰਸ ਆਫ ਕਰਮ ਸਿੰਘ's ਪੈਨਸ਼ਨ, ਕਰਮ ਸਿੰਘ ਦੀ ਪੈਨਸ਼ਨ ਦੇ ਪੇਪਰ ਲੈ ਕੇ ਆਇਆ ਸੀ, ਜਿਸ ਤੋਂ ਜਿਹੜੇ ਕਿ ਮਾਨ ਸਿੰਘ ਨੂੰ ਪਤਾ ਲੱਗਾ ਸੀ ਕਿ ਕਰਮ ਸਿੰਘ ਜਿਹੜੇ ਕਿ ਵਾਰ ਦੇ ਵਿੱਚ ਉਹਦੀ ਡੈਥ ਹੋ ਚੁੱਕੀ ਹੈ। ਕਿਸ ਤੋਂ ਪਤਾ ਲੱਗਿਆ ਸੀ? ਪੋਸਟਮੈਨ ਤੋਂ। ਨੈਕਸਟ ਹੈ ਵਟ ਵਾਜ਼ ਦਾ ਇਫੈਕਟ ਆਫ ਕਰਮ ਸਿੰਘ's ਡੈਥ ਔਨ ਮਾਨ ਸਿੰਘ, ਕਰਮ ਸਿੰਘ ਦੀ ਡੈਥ ਦਾ ਮਾਨ ਸਿੰਘ ਤੇ ਕੀ ਅਸਰ ਹੋਇਆ, ਕੀ ਇਫੈਕਟ ਹੋਇਆ? ਮਾਨ ਸਿੰਘ ਫੈਲਟ ਚੋਕਡ ਇਨ ਹਿਜ਼ ਚੈਸਟ, ਉਹਨੂੰ ਛਾਤੀ ਦੇ ਵਿੱਚ ਕੁਝ ਦਰਦ ਜਿਹੜੇ ਕਿ ਮਹਿਸੂਸ ਹੋਇਆ। ਐਂਡ ਬਿਕਮ ਫੀਲਿੰਗਲੈਸ ਨਬ, ਤੁਸੀਂ ਨਬ ਵੀ ਲਿਖ ਸਕਦੇ ਹੋ, ਫੀਲਿੰਗਲੈਸ ਵੀ, ਤੇ ਉਹਦਾ ਸਰੀਰ ਹੈ ਜਿਹੜੇ ਕਿ ਇੱਕ ਸੁੰਨਾ ਹੋ ਗਿਆ, ਸੁੰਨਾ ਜਿਹਾ ਹੋ ਗਿਆ, ਜਿਹਦੇ ਵਿੱਚ ਕੋਈ ਫੀਲਿੰਗ ਨਹੀਂ ਸੀ। ਅੱਗੇ ਹੈ ਨੰਬਰ 11 ਵਾਈ ਡਿਡ ਦਾ ਮੈਂਬਰਸ ਆਫ ਕਰਮ ਸਿੰਘ's ਫੈਮਿਲੀ ਨਾਟ ਬ੍ਰੇਕ ਦਾ ਨਿਊਜ਼ ਆਫ ਹਿਜ਼ ਡੈਥ ਟੂ ਮਾਨ ਸਿੰਘ, ਜਿਹੜੇ ਕਿ ਕਰਮ ਸਿੰਘ ਦੇ ਫੈਮਿਲੀ ਮੈਂਬਰ ਕਿਉਂ ਨਹੀਂ ਸੀ ਨਿਊਜ਼ ਜਿਹੜੇ ਕਿ ਮਾਨ ਸਿੰਘ ਨੂੰ ਦੱਸਣਾ ਚਾਹੁੰਦੇ? ਦੇ ਡਿਡ ਨਾਟ ਵਾਂਟ ਟੂ ਸਪੋਇਲ ਦਾ ਡੇਜ਼ ਆਫ ਹਿਜ਼ ਲੀਵ, ਕਿਉਂਕਿ ਉਹ ਉਹਦੀ ਛੁੱਟੀ ਦੇ ਦਿਨ ਖਰਾਬ ਨਹੀਂ ਕਰਨਾ ਚਾਹੁੰਦੇ ਸੀ, ਤੇ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ, ਜਿਸ ਕਰਕੇ ਉਹ ਛੁੱਟੀ ਨੂੰ ਨਹੀਂ ਖਰਾਬ ਕਰਨਾ ਚਾਹੁੰਦੇ ਸੀ। ਅੱਗੇ ਹੈ ਵਾਈ ਡਿਡ ਮਾਨ ਸਿੰਘ ਕੰਪੇਅਰ ਕਰਮ ਸਿੰਘ's ਦਾ ਫਾਦਰ ਟੂ ਅ ਬੁੱਲ ਹੂ ਵੋਰ ਅਪਨ ਇਟਸ ਹੈਡ ਦਾ ਬਰਡਨ ਆਫ ਦਾ ਹੋਲ ਅਰਥ, ਮੋਸਟ ਇੰਪੋਰਟੈਂਟ ਆ ਕਿ ਮਾਨ ਸਿੰਘ ਜਿਹੜੇ ਕਿ ਕਰਮ ਸਿੰਘ ਦੇ ਫਾਦਰ ਨੂੰ ਉਸ ਬਲਦ ਦੇ ਨਾਲ ਕਿਉਂ ਕੰਪੇਅਰ ਕਰਦੇ ਜਿਸ ਨੇ ਸਾਰੀ ਧਰਤੀ ਦਾ ਜਿਹੜੇ ਕਿ ਭਾਰ ਚੱਕਿਆ ਹੋਇਆ। ਜ਼ਿਆਦਾ ਤੁਸੀਂ ਇਹ ਆਨਸਰ ਯਾਦ ਕਰ ਸਕਦੇ, ਇੱਕ ਹੋਰ ਵੀ ਇਹਦਾ ਆਨਸਰ ਦੋਨਾਂ 'ਚ ਜਿਹੜਾ ਤੁਹਾਨੂੰ ਠੀਕ ਲੱਗਦਾ। The bull discussed here is a symbolic of kindness with great capacity to bear burden, ਕਹਿੰਦਾ ਇੱਥੇ ਜਿਹੜੇ ਕਿ ਬਲਦ ਬਾਰੇ ਡਿਸਕਸ ਕੀਤਾ ਗਿਆ ਉਹ ਬਲਦ ਹੈ ਜਿਸ ਦੇ ਕੋਲ ਕੰਪੈਸਿਟੀ ਹੈ, ਜਿਸ ਦੇ ਕੋਲ ਸ਼ਮਤਾ ਜਿਹੜੇ ਕਿ ਵਜ਼ਨ ਝੱਲਣ ਦੀ, ਭਾਰ ਝੱਲਣ ਦੀ। ਮਾਨ ਸਿੰਘ ਕੰਪੇਅਰਡ ਕਰਮ ਸਿੰਘ's ਫਾਦਰ ਟੂ ਦਾ ਬੁੱਲ, ਮਾਨ ਸਿੰਘ ਜਿਹੜੇ ਕਰਮ ਸਿੰਘ ਦੇ ਪਿਤਾ ਨੂੰ ਉਹਦੇ ਨਾਲ ਕੰਪੇਅਰ ਕਰਦਾ। ਲਾਈਕ ਦਾ ਬੁੱਲ, ਬਲਦ ਦੀ ਤਰ੍ਹਾਂ, ਹੀਜ਼ ਫਾਦਰ ਵਾਜ਼ ਆਲਸੋ ਵਿਲਿੰਗ ਟੂ ਸ਼ੇਅਰ ਅਦਰਸ ਪੀਪਲ ਬਰਡਨ, ਤੇ ਉਹਦਾ ਫਾਦਰ ਵੀ ਜਿਹੜੇ ਕਿ ਵਿਲਿੰਗ ਹੈ ਦੂਜਿਆਂ ਦੇ ਦੁੱਖ ਨੂੰ ਜਿਹੜੇ ਕਿ ਦੁੱਖਾਂ ਦੇ ਭਾਰ ਨੂੰ ਸਹਿਨ ਕਰਨ ਦੀ। ਜਾਂ ਤੁਸੀਂ ਇਹ ਕਰ ਸਕਦੇ ਹੋ ਕਰਮ ਸਿੰਘ ਫਾਦਰ ਹੈਡ ਐਕਸਟਰਾ ਆਰਡੀਨਰੀ ਤੁਸੀਂ ਅਮੇਜ਼ਿੰਗ ਵੀ ਲਿਖ ਸਕਦੇ ਹੋ, ਐਕਸਟਰਾ ਆਰਡੀਨਰੀ ਕੰਪੈਸਿਟੀ ਫੋਰ ਵੇਅਰਿੰਗ ਹਿਜ਼ ਪਰਸਨਲ ਸੋਰੋਜ਼ ਐਂਡ ਸ਼ੌਕਸ ਜਸਟ ਲਾਈਕ ਦਾ ਬੁੱਲ ਇਨ ਮੈਥੀਕਲ ਸਟੋਰੀਜ਼, ਕਹਿੰਦਾ ਜਿਹੜੇ ਕਿ ਮਿਥੀਕਲਸ ਜਿਹੜੇ ਸਟੋਰੀਜ਼ ਦੀ ਤਰ੍ਹਾਂ ਹੀ ਜਿਹੜੇ ਕਿ ਉਹਦੇ ਫਾਦਰ ਕੋਲ ਐਕਸਟਰਾ ਆਰਡੀਨਰੀ ਕੰਪੈਸਿਟੀ ਆ, ਸ਼ਮਤਾ ਆਪਣੇ ਪਰਸਨਲ ਦੁੱਖਾਂ ਨੂੰ ਸਹਿਨ ਕਰਨ ਦੀ ਤੇ ਜਿਹੜੇ ਕਿ ਸ਼ੋਕ ਨੂੰ ਸਹਿਨ ਕਰਨ ਦੀ।
ਹੂ ਵੋਰ ਅਪਨ ਹਿਟਸ ਹੈਡ ਦਾ ਵਰਡਨ ਆਫ ਦਾ ਹੋਲ ਅਰਥ, ਕਹਿੰਦਾ ਜਿਵੇਂ ਹੀ ਜਿਹੜੇ ਕਿ ਧਰਤੀ ਵਾਲਾ ਬਲਦ ਜਿਹੜੇ ਕਿ ਧਰਤੀ ਦਾ ਜਿਹੜੇ ਕਿ ਵਜ਼ਨ ਨੂੰ ਉਠਾਉਂਦਾ ਆਪਦੇ ਤੇ। ਬਾਕੀ ਇਹ ਤੁਸੀਂ ਜਸਟ ਰੀਡ ਕਰਨੇ ਨੇ ਸ਼ਾਰਟ ਕੁਐਸਚਨ ਲਈ। ਵੈਸੇ ਸ਼ਾਰਟ ਕੁਐਸਚਨ ਆਪਾਂ ਅਲੱਗ ਕੱਢੇ ਦੇਵਾਂਗੇ ਸਾਰੇ, ਠੀਕ ਹੈ। ਆਲਰੇਡੀ ਵੀਡੀਓਜ਼ ਬਣਾਈਆਂ ਹੋਈਆਂ ਨੇ, ਦੁਬਾਰਾ ਵੀ ਬਣਾ ਦਾਂਗੇ ਰਿਵੀਜ਼ਨ ਦੇ ਲਈ। ਥੈਂਕਸ।